ओम शांति। गुड मॉर्निंग बाबा। मन बुद्धि ਨੂੰ ਬਾਹਰਲੀਆਂ ਬਾਤਾਂ ਤੋਂ ਸਮੇਟ ਕੇ ਮਸਤਕ ਤੇ ਦੇਖਦੇ ਮੈਂ ਚਮਕਦੀ ਹੋਈ ਜੋਤੀ ਆਤਮਾ। के ਮੈਂ ਪਿਓਰ એનર્ਜੀ ਹਾਂ ਜੋ ਨਿਰੰਤਰ ਰੇਡੀਏਟ ਹੋ ਰਹੀ ਆ। ਅਸੀਂ ਕੀ ਰੇਡੀਏਟ ਕਰਨਾ ਉਸ ਦੀ ਵੀ ਸਾਨੂੰ ਹੁਣ ਸਮਝ ਆਈ ਆ ਜਦੋਂ ਸਾਨੂੰ ਸਾਡੀ ਪਹਿਚਾਣ ਮਿਲੀ ਕਿ ਮੈਂ ਆਤਮਾ ਹਾਂ ਤੇ ਪ੍ਰੇਮ ਸੁਖ ਸ਼ਾਂਤੀ ਇਹ ਸਾਡੀ ਆਪਣੀ ਨੇਚਰ ਹੈ। ਆਤਮਾ ਇਸ ਸ੍ਰਿਸ਼ਟੀ ਤੇ ਆਣ ਕੇ ਖੇਡ ਖੇਡਦੀ 84 ਜਨਮ ਅਸੀਂ ਲੈਂਦੇ। ਸਤਯੁਗ ਤ੍ਰੇਤਾ ਦੁਆਪਰ ਕਲਯੁਗ 4 ਯੁਗਾਂ ਦਾ ਅਸੀਂ ਇਹ ਚੱਕਰ ਤੈਅ ਕਰਦੇ। ਇਹ ਸਾਡੇ ਮਨ ਦੀਆਂ ਸਥਿਤੀਆਂ ਕਿ ਜਦੋਂ ਆਤਮਾ ਪਿਓਰ ਆ ਤੇ ਉਦੋਂ ਉਹਨੂੰ ਗੋਲਡਨ ਏਜ ਕਹਿੰਦੇ। ਫਿਰ ਜਿੱਦਾਂ ਜਿੱਦਾਂ ਸਾਡੀਆਂ ਕਲਾਮਾਂ ਘਟਦੀਆਂ ਜਾਂਦੀਆਂ ਯੁੱਗ ਪਰਿਵਰਤਨ ਹੁੰਦੇ ਜਾਂਦੇ। ਆਤਮਾ ਦੀ ਬੈਟਰੀ ਡਿਸਚਾਰਜ ਹੁੰਦੀ। ਬੋਡੀ ਕੌਨਸ਼ੀਅਸ ਹੋ ਕੇ ਜੋ ਵੀ ਅਸੀਂ ਕਰਮ ਕਰਦੇ ਕਰਮਾਂ ਦੇ ਹਿਸਾਬ ਕਿਤਾਬ ਬਣਦੇ ਜਾਂਦੇ। ਜਦੋਂ ਤੋਂ ਖੁਦ ਨੂੰ ਦੇਹ ਸਮਝਿਆ ਮੈਂ ਮੇਰੇ ਦੇ ਚੱਕਰ ਨੇ ਆਤਮਾ ਨੂੰ ਕਿੰਨਾ ਮੈਲਾ ਕੰਗਾਲ ਕਰ ਦਿੱਤਾ, ਅਭਿਮਾਨੀ ਬਣਾ ਦਿੱਤਾ। ਸੰਗਮ ਯੁਗ ਤੇ ਪਰਮਾਤਮਾ ਪਿਤਾ ਜੋ ਬਲਿਸਫੁਲ ਆ ਦੁੱਖ ਹਰਤਾ ਸੁਖ ਕਰਤਾ ਆ ਆਣ ਕੇ ਸਾਨੂੰ ਪੜ੍ਹਾਈ ਪੜਾਉਂਦੇ ਸਮਝ ਦਿੰਦੇ ਕਿ ਬੱਚੇ ਇੱਥੇ ਖੇਡ ਖੇਡਣ ਆਏ ਸੀ ਤੇ ਹੁਣ ਵਾਪਸ ਘਰ ਜਾਣ ਦਾ ਸਮਾਂ ਆ ਗਿਆ। ਤੇ ਜੋ ਵੀ ਅੱਜ ਤੱਕ ਅਸੀਂ ਮੇਰਾ ਕਹਿੰਦੇ ਆਏ ਬਾਬਾ ਕਹਿੰਦੇ ਹੁਣ ਤੇਰਾ ਤੇਰਾ ਕਰਦੇ ਜਾਓ ਤੇ ਇਸ ਵਿਸ਼ੇ ਵਿਤਰਣੀ ਨਦੀ ਨੂੰ ਤੈਰ ਕੇ ਪਾਰ ਕਰਦੇ ਜਾਵਾਂਗੇ। ਤੇਰਾ ਕਹਿਣਾ ਮਾਨਾ ਤੈਰਨਾ, ਮੇਰਾ ਕਹਿਣਾ ਕਿ ਅਭਿਮਾਨੀ ਬਣਨਾ। ਪਰਮਾਤਮਾ ਪਿਤਾ ਆਣ ਕੇ ਸਾਨੂੰ ਆਪ ਸਮਾਨ ਬਣਾਉਂਦੇ ਆ। ਸੰਸਾਰ ਵਿੱਚ ਕੋਈ ਵੀ ਆ ਜੋ ਦੇਹਧਾਰੀ ਆ ਉਹ ਫੋਲੋਅਰ ਬਣਾਉਂਦੇ। ਪਿਤਾ ਆਣ ਕੇ ਸਾਨੂੰ ਆਪਣੇ ਸਮਾਨ ਬਣਾਉਂਦੇ, ਅਧਿਕਾਰੀ ਬਣਾਉਂਦੇ। ਮਨ ਬੁੱਧੀ ਨਾਲ ਉੱਡ ਚੱਲਦੇ ਉੱਪਰ ਦੀ ਔਰ ਇਸ 5 ਤੱਤਾਂ ਦੀ ਦੁਨੀਆ ਤੋਂ ਪਾਰ, ਆਵਾਜ਼ ਦੀ ਦੁਨੀਆ ਤੋਂ ਦੂਰ। ਦੇਖਦੇ ਮੈਂ ਆਤਮਾ ਰੂਪੀ ਸਿਤਾਰਾ ਉੱਡਦਾ ਜਾ ਰਿਹਾ ਤੇ ਪਹੁੰਚ ਜਾਂਦੇ ਆਪਣੇ ਘਰ ਨਿਰਾਕਾਰੀ ਦੁਨੀਆ ਨਿਰਵਾਣ ਧਾਮ। ਤੇ ਸਾਹਮਣੇ ਦੇਖਦੇ ਆ ਮਹਾਨ ਜੋਤੀ ਪਰਮ ਜੋਤੀ ਤੇ ਆਪਣੇ ਪਿਤਾ ਦੇ ਬਿਲਕੁਲ ਪਾਸ ਆ ਕੇ ਬੈਠ ਜਾਂਦੇ। ਸਾਰੇ ਦਿਨ ਵਿੱਚ ਕੋਈ ਵੀ ਬਾਤ ਆਈ ਹੋਵੇ, ਬੋਝ ਆਇਆ ਹੋਵੇ, ਬਾਬਾ ਨੂੰ ਸੌਂਪ ਕੇ ਹਲਕੇ ਹੋ ਜਾਂਦੇ। ਸਾਡਾ ਪਿਤਾ ਨਿਰਾਕਾਰ ਆ, ਉਹਨੂੰ ਸਾਡਾ ਕੁਝ ਵੀ ਚਾਹੀਦਾ ਨਹੀਂ, ਸਿਰਫ ਸਾਨੂੰ ਕਲੀਨ ਕਰਨੇ ਨੂੰ, ਸਾਨੂੰ ਹਲਕੇ ਕਰਨੇ ਨੂੰ ਸਾਡੇ ਸਾਰੇ ਬੋਝ ਲੈ ਲੈਂਦੇ। ਤੇ ਉਹਦੀ ਸਹਿਜ ਵਿਧੀ ਪ੍ਰਮਾਤਮਾ ਨੇ ਦੱਸੀ ਆ ਕਿ ਬੱਚੇ ਹਰ ਬਾਤ ਨੂੰ ਬਾਪ ਹਵਾਲੇ ਕਰਦੇ ਜਾਓ ਕਿ ਮੇਰਾ ਸਭ ਕੁਝ ਤੇਰਾ। ਉਹਦਾ ਸਮਝ ਕੇ ਟਰਸਟੀ ਹੋ ਕੇ ਘਰ ਗ੍ਰਸਤ ਵਿੱਚ ਰਹਿੰਦੇ ਤੇ ਸਦਾ ਹੀ ਨਿਆਰੇ ਤੇ ਪਰਮਾਤਮਾ ਦੇ ਪਿਆਰੇ ਹਾਂ। ਫਿਰ ਸਾਡਾ ਕੋਈ ਬੰਧਨ ਨਹੀਂ, ਹਰ ਕਰਮ ਸੇਵਾ ਅਰਥ ਆ। ਬਾਬਾ ਤੋਂ ਆਗਿਆ ਲੈਂਦੇ ਅੱਜ ਦਾ ਆਪਣਾ ਸੈਸ਼ਨ ਸ਼ੁਰੂ ਕਰਨੇ ਦਾ। ਵਾਪਸ ਆਉਂਦੇ ਚਾਰੋਂ ओर ਗਿਆਨ ਦਾ ਪ੍ਰਕਾਸ਼ ਫੈਲਾਉਂਦੇ ਹੋਏ ਵਾਪਸ ਆ ਜਾਂਦੇ ਇਸ 5 ਤੱਤਾਂ ਦੀ ਦੁਨੀਆ ਵਿੱਚ ਤੇ ਆਪਣੇ ਸਰੀਰ ਰੂਪੀ ਵਸਤਰ ਨੂੰ ਮੈਂ ਆਤਮਾ ਪਹਿਨ ਲੈਂਦੀ। ਬ੍ਰਿਕੁਟੀ ਦੇ ਮੱਧਿਆ ਬਿਰਾਜਮਾਨ ਮੈਂ ਚਮਕਦੀ ਹੋਈ ਜੋਤੀ ਆਤਮਾ ਹਾਂ, ਸਵਰਾਜ ਅਧਿਕਾਰੀ ਹਾਂ। ਗੋਡਲੀ ਸਟੂਡੈਂਟ ਆ ਤੇ ਪੜਾਉਣ ਵਾਲਾ ਸਾਨੂੰ ਅਲਮਾਈਟੀ ਅਥਾਰਟੀ ਆ। ਇਸ ਅਵੇਅਰਨੈਸ ਵਿੱਚ ਬੈਠ ਕੇ ਪਰਮਾਤਮਾ ਪਿਤਾ ਦੇ ਅੱਜ ਦੇ ਮਹਾਵਾਕਿਆ ਸੁਣਦੇ। ਓਮ ਸ਼ਾਂਤੀ। आज नवंबर 15 2023 ओम शांति। बाप दादा मधुबन। बाबा बोले मीठे बच्चे सर्व पर ब्लेसिंग करने वाला ब्लिसफुल एक बाप है। बाप को ही दुख हरता सुख करता कहा जाता है। उनके सिवाय कोई भी दुख नहीं हर सकता। ਜਦੋਂ ਪਰਮਾਤਮਾ ਦੁੱਖ ਹਰਦੇ ਆ ਉਹ ਸਦਾ ਦੇ ਲਈ ਸਾਰਿਆਂ ਦੇ ਦੁੱਖ ਹਰਦੇ ਆ, ਤਾਂ ਹੀ ਉਹਨੂੰ ਪਰਮਾਤਮਾ ਕਹਿੰਦੇ। ਪਰਮਾਤਮਾ ਦੀ ਬਲੈਸਿੰਗ ਕੀ ਆ? ਪਰਮਾਤਮਾ ਦੀ ਇਹੀ ਬਲੈਸਿੰਗ ਆ ਜੋ ਸਾਡੀ ਪੁਕਾਰ ਸੁਣ ਕੇ
ਆਪਣਾ ਉਂਜ ਧਾਮ ਛੱਡ ਕੇ ਸਾਡੇ ਲਈ ਆਇਆ ਤੇ ਆਣ ਕੇ ਸਾਨੂੰ ਪੜ੍ਹਾਈ ਪੜਾਉਂਦਾ, ਸਾਨੂੰ ਸੱਚ ਦੱਸਦਾ। ਜੋ ਹੁਨਰ ਜੋ ਗਿਆਨ ਉਹਦੇ ਵਿੱਚ ਆ, ਉਹ ਸਾਰਾ ਆਪਣਾ ਖਜ਼ਾਨਾ ਸਾਨੂੰ ਦਿੰਦਾ। ਉਹ ਵਿਧੀਆਂ ਸਾਨੂੰ ਦੱਸ ਦਿੰਦਾ ਕਿ ਕਿਹੜੀ ਗੱਲ ਨਾਲ ਸੁੱਖ ਮਿਲਣਾ, ਕਿਹੜੀ ਗੱਲ ਸਾਨੂੰ ਦੁੱਖ ਦਿੰਦੀ ਆ। ਹਰ ਬਾਤ ਦੀ ਸਾਨੂੰ ਕਲੈਰਿਟੀ ਦੇ ਦਿੰਦੇ। ਫਿਰ ਸਾਰਾ ਕੁਝ ਜਾਣਦੇ ਹੋਏ ਜੋ ਕਰਮ ਅਸੀਂ ਕਰਦੇ ਆ, ਉਹਦਾ ਫਲ ਸਾਨੂੰ ਭੁਗਤਣਾ ਪੈਂਦਾ। ਇਹ ਸਾਰਾ ਕਰਮਾਂ ਦਾ ਖੇਡ ਆ। ਇੱਥੇ ਕੁਝ ਵੀ ਅਨਫੇਅਰ ਨਹੀਂਗਾ। ਜੋ ਅਸੀਂ ਕਰਮ ਕੀਤਾ, ਸਾਡੇ ਕੋਲ ਉਹਦਾ ਫਲ ਆਉਣਾ। प्रश्न है, भक्ति मार्ग और ज्ञान मार्ग दोनों में अडॉप्ट होने की रस्म है, लेकिन अंतर क्या है? भगती विच भी अडॉप्ट करते आ, ज्ञान विच भी अडॉप्ट करते आ। ਆਪਾਂ ਨੂੰ ਇਹ ਗੱਲਾਂ ਬਹੁਤ ਕਲੀਅਰ ਹੋਣੀਆਂ ਚਾਹੀਦੀਆਂ ਕਿ ਭਗਤੀ ਤੇ ਗਿਆਨ ਵਿੱਚ ਕੀ ਫਰਕ ਆ। ਜੋ ਆਪਣੀ ਲਾਈਫ ਪਹਿਲਾਂ ਸੀ ਤੇ ਹੁਣ ਆ, ਜਿੰਨਾ ਜਿੰਨਾ ਆਪਾਂ ਨੂੰ ਇਹਦੇ ਫਰਕ ਦਾ ਪਤਾ ਹੋਊਗਾ, ਉਨੀ ਆਪਾਂ ਨੂੰ ਇਸ ਪੜ੍ਹਾਈ ਦੀ ਵੈਲਿਊ ਹੋਊਗੀ। ਨਹੀਂ ਤਾਂ ਸੰਸਾਰ ਵਿੱਚ ਕੀ ਆ, ਸਾਰੇ ਕਹਿੰਦੇ ਹਾਂ ਹਾਂ ਇਹ ਤਾਂ ਸਾਰੇ ਪਾਸੇ ਅਸੀਂ ਸੁਣਦੇ ਆ ਪੋਜ਼ਿਟਿਵਿਟੀ ਦੀਆਂ ਗੱਲਾਂ, ਪਰ ਇੱਥੇ ਆ ਧਾਰਨਾ ਦੀ ਗੱਲ ਨਾ, ਕਿ ਜੋ ਆਪਾਂ ਪੜ੍ਹਦੇ ਆ ਉਹ ਰੋਜ਼ ਦੀ ਰੋਜ਼ ਬਣਦੇ ਜਾਂਦੇ ਆ। होमवर्क करते अपने आप पे, परिवर्तन करते हैं। बाबा कहते भक्ति मार्ग में जब किसी के पास अडॉप्ट होते हैं तो गुरु और चेले का संबंध रहता है। भक्ति विच किया कि गुरु कहते ना, गुरु कर लिया, गुरु कीता ते आपकी बन गए उन्होंने चेले। सन्यासी भी अडॉप्ट होंगे तो अपने को फॉलोअर कहलाएंगे, लेकिन ज्ञान मार्ग में तुम फॉलोअर या चेले नहीं हो। ਆਪਾਂ ਕੀ ਆ, ਜਦੋਂ ਦੇ ਆਪਾਂ ਗਿਆਨ ਵਿੱਚ ਆਏ ਫਿਰ ਆਪਾਂ ਕੀ ਬਣ ਗਏ? ਬੱਚੇ ਬਣ ਗਏ, परमात्मा ਦੇ ਬੱਚੇ, ਅਡਾਪਟਡ ਬੱਚੇ, है ना। तुम बाप के बच्चे बने हो। बच्चा बनना अर्थात वर्षे का अधिकारी बनना। कितना फर्क आ। इदां ਦੀਆਂ ਗੱਲਾਂ ਨੂੰ ਸਦਾ ਬੁੱਧੀ ਵਿੱਚ ਰੱਖਣਾ। ਭਗਤੀ ਵਿੱਚ ਫਾਲੋਅਰ ਬਣਾਉਂਦੇ ਆ, ਚੇਲੇ ਬਣਦੇ ਆ। ਇੱਥੇ परमात्मा ਸਾਨੂੰ ਆਪਣਾ ਵਰਸਾ ਦਿੰਦੇ, ਅਧਿਕਾਰੀ ਬਣਾਉਂਦੇ ਆ ਨਾ। ਬੱਚਾ ਕੀ ਆ? बाप दे वर्षे दा अधिकारी आ, कोई भिखारी नहीं, कोई मंगना नहीं। गीत आ ओम नमो शिवाय। ओम शांति। बच्चों ने गीत सुना। ये है परम पिता परमात्मा शिव की महिमा। परमात्मा दी महिमा किया ओम नमो शिवाय, कि ओदे अगे सारे शिव पिता नु नमन करदे। कहते भी हैं शिवाय नम, रुद्राय नम व सोमनाथ नम नहीं कहते हैं, शिवाय नम कहते हैं। और बहुत स्तुति भी उनकी होती है। जो सब तो ज्यादा सुख देके जाता, सब तो ज्यादा महिमा भी उदी हुंदी। अब शिवाय नम हुआ बाप, गॉड फादर का नाम हुआ शिव, वह है निराकार। शिव ਦਾ ਅਰਥ ਹੈ ਕਲਿਆਣਕਾਰੀ। ਬਾਬਾ ਬਾਰ-ਬਾਰ ਆਪਾਂ ਨੂੰ ਕੀ ਸਮ੍ਰਿਤੀ ਦਿਲਾਉਂਦੇ ਆ? ਉਹ ਇੱਕੋ ਇੱਕ ਆ ਜਿਹਦੀ ਸਭ ਤੋਂ ਜ਼ਿਆਦੀ ਮਹਿਮਾ ਆ, जो ब्लिसफुल आ, दुख हरता सुख करता आ, निराकार आ, वो सानू पढ़ाई पढ़ा रहा। ये किसने कहा? ओ गॉड फादर, आत्मा ने। सिर्फ ओ फादर कहते हैं तो वह जिस्मानी फादर हो जाता है। ओ गॉड फादर कहने से रूहानी फादर हो जाता है। ये समझने की बातें हैं। देवताओं को पारस बुद्धि कहा जाता। देवताएं तो विश्व के मालिक थे। देवतियां ਨੂੰ ਕੀ ਕਹਿੰਦੇ? ਪਾਰਸ ਬੁੱਧੀ। ਪਾਰਸ ਦਾ ਅਰਥ ਕੀ ਆ? ਕਿ ਜਿੰਨਾ ਕੋਈ ਵੀ ਚੀਜ਼ ਟੱਚ ਕਰੇ ਉਹ ਵੀ ਪਾਰਸ ਬਣ ਜਵੇ, ਹੈਨਾ। ਕਿ ਇੰਨੀ ਤਾਕਤ ਆ। ਪਰ ਅਰਥ ਕੀ ਆ? ਦੇਵਤੇ ਦੇਣ ਵਾਲੇ ਆ ਨਾ, ਦਿੰਦੇ ਕੀ ਆ? ਪ੍ਰੇਮ ਸੁਖ ਸ਼ਾਂਤੀ। ਤੁਸੀਂ ਦੇਖੋ, ਜੇ ਆਪਾਂ ਕਦੀ ਕਿਸੇ ਤੇ ਕ੍ਰੋਧ ਕਰੀਏ, ਕੋਈ ਦੂਜਾ ਆਪਾਂ ਨੂੰ ਪਿਆਰ ਦੇਈ ਜਾਵੇ, ਆਪਣੀ ਸਿਫਤ ਸਲਾਹ ਕਰੀ ਜਾਵੇ, ਆਟੋਮੈਟਿਕਲੀ ਆਪਣੇ ਚ ਚੇਂਜ ਆ ਜਾਂਦੀ ਨਾ। ਬਾਬਾ ਕਹਿੰਦੇ ਦੇਵਤਿਆਂ ਦੀ ਬੁੱਧੀ ਕੀ ਆ? ਪਾਰਸ ਬੁੱਧੀ ਆ, ਕਿ ਉਹਨਾਂ ਵਿੱਚ ਕੋਈ ਵੀ ਮਿਲਾਵਟ नहीं गी। देवताएं तो विश्व के मालिक थे, अभी कोई मालिक है नहीं। भारत का धनी धोनी कोई है नहीं। राजा को भी पिता अन्नदाता कहा जाता है, अभी तो राजाएं हैं नहीं। तो ये शिवाय नम किसने कहा? कैसे पता पड़े कि ये बाप है? ब्रह्मा कुमार कुमारियां तो ढेर हैं, ये ठहरे शिव बाबा के पोतरे पोतरियां।
ब्रह्मा द्वारा इनको अडॉप्ट करते हैं। सब कहते हैं हम ब्रह्मा कुमार कुमारियां हैं। पर अपन ਨੂੰ ਪਤਾ ਨਾ ਉਦਾਂ ਤਾਂ ਸ਼ਿਵ ਬਾਬਾ ਸਾਰੀਆਂ ਆਤਮਾਵਾਂ ਦੇ ਪਿਤਾ ਆ, ਪਰ ਬਾਬਾ ਦੀ ਵਿਧੀ ਆ ਧਰਤੀ ਤੇ ਆਣ ਕੇ ਬ੍ਰਹਮਾ ਤਨ ਦਾ ਆਧਾਰ ਲੈ ਕੇ ਸਾਨੂੰ ਗਿਆਨ ਦਿੰਦੇ ਆ, ਕੋਈ ਪ੍ਰੇਰਣਾ ਦੇ ਨਾਲ ਨਹੀਂ। ਫਿਰ ਬਾਬਾ ਨੇ ਇੱਕ ਵਿਧੀਆਂ ਬਣਾਈਆਂ ਆ ਕਿ ਕਿਹੜੀ ਆਤਮਾ ਕੀ ਰੋਲ प्ले करती है ना। अच्छा, ब्रह्मा किसका बच्चा? शिव का। ब्रह्मा विष्णु शंकर तीनों ही शिव के बच्चे हैं। ਇਹਦੀ ਵੀ ਸਾਰਿਆਂ ਨੂੰ ਕਲੈਰਿਟੀ ਆ ਨਾ ਕਿ ਬ੍ਰਹਮਾ ਤੇ ਵਿਸ਼ਨੂੰ ਫਿਜ਼ੀਕਲ ਫਾਰਮਸ ਆ, ਸ਼ੰਕਰ ਕੋਈ ਫਿਜ਼ੀਕਲ ਚੀਜ਼ ਨਹੀਂ, ਸਾਡੀ ਆਂਤਰਿਕ ਸ਼ਕਤੀ ਆ ਜਿਹਦੇ ਨਾਲ ਪੁਰਾਣੇਪਨ ਨੂੰ ਸਮਾਪਤ ਕਰਦੇ। ਜਦੋਂ ਪਰਮਾਤਮਾ ਆਉਂਦੇ ਆ, ਬਾਪ ਹੀ ਆਣ ਕੇ ਸਾਨੂੰ ਬ੍ਰਾਹਮਣ ਬਣਾਉਂਦੇ, ਸਾਨੂੰ ਵਿਸ਼ ਤੇ ਜਿੱਤ ਪਵਾਉਂਦੇ ਆ ਤੇ ਸਾਡੇ ਤੋਂ ਪੁਰਾਣੇਪਨ ਤੇ ਦਾ ਵਿਨਾਸ਼ ਕਰਾਉਂਦੇ। ਸਮਝ ਗਏ ਨਾ? ਇਹ ਤਿੰਨ ਸ਼ਕਤੀਆਂ ਕੀ ਆ? ਹਰ ਆਤਮਾ ਦੀਆਂ ਆਂਤਰਿਕ ਸ਼ਕਤੀਆਂ ਆ ਜੋ ਪਰਮਾਤਮਾ ਆਣ ਕੇ ਆਪਾਂ ਨੂੰ ਦਿੰਦੇ ਆ। शिव बाबा है ऊंच ते ऊंच भगवान, निराकारी वतन में रहने वाला। ब्रह्मा विष्णु शंकर है सूक्ष्म वतन वासी। तीन फ्लोर से ना, ऊपर या परमात्मा ऊंच ते ऊंच, फिर ब्रह्मा विष्णु शंकर सटल रीजन विच। फिर बाबा कहते अच्छा मनुष्य सृष्टि कैसे रची? तो कहते हैं ड्रामा अनुसार मैं ब्रह्मा के साधारण तन में प्रवेश कर इनको प्रजापिता बनाता हूं। ਕਿੱਦਾਂ ਪਰਮਾਤਮਾ ਸ੍ਰਿਸ਼ਟੀ ਰਚਦੇ ਆ? ਪ੍ਰਾਣੀ ਨੂੰ ਨਵਾਂ ਕਰਦੇ ਆ, ਹਨਾ। ਇਸ ਵੇਲੇ ਬ੍ਰਹਮਾ ਤਨ ਵਿੱਚ ਆਣ ਕੇ ਫਿਰ ਤੋਂ ਪਰਮਾਤਮਾ ਸਾਨੂੰ ਉਹ ਸੱਚਾ ਗਿਆਨ ਦਿੰਦੇ ਜੋ ਟਰੁੱਥ ਆ, ਜਿੱਦਾਂ ਦੀ ਇਹ ਦੁਨੀਆ ਹੋਣੀ ਚਾਹੀਦੀ ਆ, ਜਿੱਦਾਂ ਦੀ ਆਤਮਾ ओरिजिनली आ। मुझे प्रवेश इनमें करना है जिसको ब्रह्मा नाम दिया है। अडॉप्ट करने ना बाद नाम बदल जाता है। नाम क्यों बदल जाता? नाम का अर्थ आ, ਹਨਾ। ਕੱਲਾ ਉਦਾਂ ਹੀ ਨਾਮ ਨਹੀਂ ਬਦਲਦਾ, ਨਾਮ ਬਦਲਦਾ ਆ ਕਿ ਪਹਿਲਾਂ ਤਾਂ ਉਸ ਆਤਮਾ ਦਾ ਨਾਮ ਹੁੰਦਾ ਦਾਦਾ ਲੇਖ ਰਾਜ, ਆਰਡੀਨਰੀ ਮੈਨ ਆ। ਜਦੋਂ ਪਰਮਾਤਮਾ ਦੀ ਪ੍ਰਵੇਸ਼ਤਾ ਹੁੰਦੀ ਆ, ਉਹਨਾਂ ਨੂੰ ਬ੍ਰਹਮ ਦਾ ਗਿਆਨ ਮਿਲਦਾ। ਬ੍ਰਹਮ ਕੀ ਆ? ਆਤਮਾਵਾਂ ਦੇ ਰਹਿਣ ਦਾ ਘਰ, ਜੋ ਉੱਥੇ ਰਹਿਣ ਵਾਲਾ ਆ, ਜੋ ਗਿਆਨ ਉਹਦੇ ਵਿੱਚ ਆ, ਉਹ ਗਿਆਨ ਆਣ ਕੇ ਸਾਨੂੰ ਦਿੰਦਾ। ਜਿਸ ਤਨ ਦਾ ਆਧਾਰ ਲੈ ਕੇ ਗਿਆਨ ਦਿੰਦੇ, ਉਹਦਾ ਨਾਮ ਬ੍ਰਹਮਾ ਰੱਖਦੇ। अर्थ वाला नाम हो गया ना, कोई उदा ही नाम नहीं गा। सन्यासी भी नाम बदलते हैं। पहले गृहस्थियों के पास जन्म लेते हैं, फिर संस्कार अनुसार छोटेपन में ही शास्त्र आदि पढ़ते हैं, फिर वैराग्य आता है। सन्यासियों पास जाकर अडॉप्ट होते हैं, कहेंगे ये मेरा गुरु है, उनको बाप नहीं कहेंगे। चेले व फॉलोअर्स बनते हैं गुरु के। गुरु चेले को अडॉप्ट करते हैं कि तुम हमारे चेले व फॉलोअर हो। समझ लग गई ना कि भक्ति विच की आ? छोटे बच्चे अपना घर छड्ड के आश्रम विच चले जांदे, गुरु नूं अडॉप्ट करते आ, गुरु उन्हां नूं अडॉप्ट करदा। फिर जो वो शास्त्र पढ़ाउंदे आ, पढ़दे आ, वो फिर उत्थे सरैंडर हो जांदे, है ना। पर वो गुरु नहीं बनते, गुरु उन्हां नूं अडॉप्ट करदा, वो चेले बनदे आ। ਤੇ ਇੱਥੇ ਕੀ ਆ? ਇਹ ਬਾਪ ਕਹਤੇ ਹੈ ਕਿ ਤੁਮ ਹਮਾਰੇ ਬੱਚੇ ਹੋ। ਗੁਰੂ ਇਹ ਨਹੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਮੇਰੇ ਬੱਚੇ ਆ, ਪਰ ਇੱਥੇ ਕੀ ਆ? ਇੱਥੇ ਪਰਮਾਤਮਾ ਪਿਤਾ ਬਣ ਕੇ ਆਇਆ ਆ। ਉਹ ਆਪਾਂ ਨੂੰ ਕਹਿੰਦਾ ਤੁਸੀਂ ਮੇਰੇ ਬੱਚੇ ਆ। ਤੇ ਬੱਚਿਆਂ ਦਾ ਕੀ ਆ? ਹੱਕ ਬਣਦਾ ਪਰਮਾਤਮਾ ਦੀ ਪ੍ਰਾਪਰਟੀ ਤੇ, ਪਿਤਾ ਦੀ ਪ੍ਰਾਪਰਟੀ ਤੇ। ਇੱਥੇ ਹਰ ਆਤਮਾ ਕੀ ਕਹਿੰਦੀ ਆ? ਅਸੀਂ ਬਾਪ ਦੇ ਵਰਸੇ ਦੇ ਅਧਿਕਾਰੀ ਆ। ਚਾਹੇ ਕੋਈ ਕਿੰਨੇ ਪਹਿਲਾਂ ਦੇ ਆਏ ਹੋਏ ਆ, ਚਾਹੇ ਨਵੇਂ ਆਉਂਦੇ ਆ, ਪਰ ਹਰ ਆਤਮਾ ਕੀ ਕਹਿੰਦੀ? ਅਸੀਂ ਬਾਪ ਦੇ ਵਰਸੇ ਦੇ ਅਧਿਕਾਰੀ ਆ। ਇੱਥੇ ਕੋਈ ਉੱਚਾ ਨੀਵਾਂ ਨਹੀਂ करके आत्मा दी गल आ ना। तुम आत्मा बाप को भक्ति मार्ग में बुलाती आई हो, क्योंकि यहाँ दुख बहुत है, त्राही त्राही हो रही है। पतित पावन बाप तो एक ही है। त्राही त्राही किद्दां आ? चाहे किसी कोल बाहर तो किन्ना भी धन आ, फिजिकल किन्ने भी कंफर्ट आ, किसी दा शरीर ठीक नहीं, किसी दा मन ठीक नहीं, किसी नूं संबंधां दी परीक्षा आ, आप अपने कोल सारा कुछ ठीक भी होवे, कोई दूसरा जो दुख विच आपां नूं चंगा नहीं लगता, है ना। निराकार शिव को आत्मा नम करती है, तो बाप तो है ही, तो माता पिता ये भी गॉड फादर के लिए ही गाते हैं। फादर है तो मदर भी जरूर चाहिए। जो आप आज दिन तक कहते आए ना, तुम माता पिता हम बालक तेरे,
ਹੁਣ ਆਪਾਂ ਸਾਰਿਆਂ ਨੂੰ ਇਹ ਗੱਲ ਕਲੀਅਰ ਆ ਨਾ ਕਿ ਉਹ ਪਿਤਾ ਆ, ਬ੍ਰਹਮਾ ਨੂੰ ਮਾਤਾ ਬਣਾਉਂਦੇ ਆ, ਕਿ ਉਹਨਾਂ ਦੇ ਦੁਆਰਾ ਸਾਨੂੰ ਅਡਾਪਟ ਕਰਦੇ ਆ, ਤੇ ਉਹ ਮਾਂ ਦੇ ਦੁਆਰਾ ਜੋ ਸਾਨੂੰ ਗਿਆਨ ਦਿੰਦੇ ਆ, ਬ੍ਰਹਮਾ ਦੇ ਮੁਖ ਦੁਆਰਾ, ਉਹ ਗਿਆਨ ਦੇ ਨਾਲ ਜੋ ਸਾਨੂੰ ਸੁੱਖ ਮਿਲਦਾ ਆ, ਉਹ ਸਾਨੂੰ ਸੁੱਖ ਕਨੇਰੇ ਦਿੰਦਾ। ਹਨਾ, ਵਿਧੀ ਆ ਨਾ ਕਿ ਕੋਈ ਅੰਧ ਵਿਸ਼ਵਾਸ ਨਹੀਂਗਾ ਕਿ ਪ੍ਰਮਾਤਮਾ ਕੋਈ ਹੱਥ ਫੇਰਦਾ, ਕੋਈ ਜਾਦੂ ਮੰਤਰ ਕਰਦਾ ਤਾਂ ਅਸੀਂ ਸਾਨੂੰ ਸੁੱਖ ਕਨੇਰੇ ਹੋ ਜਾਂਦੇ। ਨਹੀਂ, ਵਿਧੀ ਆ ਹਰ ਗੱਲ ਦੀ, ਸਾਨੂੰ ਪੜ੍ਹਾਈ ਪੜਾਉਂਦਾ ਆ, ਸਾਨੂੰ ਸਮਝ ਦਿੰਦਾ ਆ। ਉਹ ਸਮਝ ਦੇ ਨਾਲ ਜੋ ਸਾਡੇ ਕਰਮ ਬਦਲਦੇ ਆ, ਸਾਡੇ ਸੰਸਕਾਰ ਬਦਲਦੇ ਆ, ਉਹ ਸਾਨੂੰ ਸੁੱਖ ਦਿੰਦੇ ਆ। ਕੋਈ ਬਾਹਰਲੇ ਫਿਜ਼ੀਕਲ ਕੰਫਰਟ ਨਹੀਂ, ਉਹ ਤਾਂ ਸਾਡੇ ਪਿੱਛੇ ਚੱਲ ਕੇ ਆਉਂਦੇ ਆ, ਪਰ ਆਤਮਾ ਦੀ बैटरी चार्ज हो जाती। मदर फादर बिगर रचना होती नहीं, बाप को बच्चों के पास आना ही है। ये सृष्टि चक्र कैसे रिपीट होता है, इसके आदि मध्यांत को जानना, इसको कहा जाता है त्रिकालदर्शी बनना। पास्ट प्रेजेंट फ्यूचर ਨੂੰ ਆਪਾਂ ਜਾਣਦੇ ਆ ਨਾ, ਆਪਾਂ ਕਿੱਥੇ ਖੜੇ ਆ, ਡਰਾਮਾ ਦੇ ਟੌਪ ਤੇ ਆਣ ਕੇ ਖੜੇ ਆ। ਪਾਸਟ ਦਾ ਵੀ ਆਪਾਂ ਨੂੰ ਪਤਾ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, 4 ਯੁੱਗ ਕਿੱਦਾਂ ਬੀਤੇ ਆ। ਹੁਣ ਆਪਾਂ ਨੂੰ ਪਤਾ ਟਰਾਂਸਫਰਮੇਸ਼ਨ ਦਾ ਸਮਾਂ ਆ, ਤੇ ਇਹ ਤੋਂ ਬਾਅਦ ਵਿੱਚ ਆਪਾਂ ਕੀ ਬਣਨਾ, वो भी अपन को क्लैरिटी आ। इतने सब करोड़ों एक्टर्स हैं, हर एक का पार्ट अपना है, ये बेहद का ड्रामा है। बाप कहते हैं मैं क्रिएटर, डायरेक्टर, प्रिंसिपल एक्टर हूं। ड्रामा दी सारी समझ आ गई ना। क्रिएटर कौन आ, डायरेक्टर कौन आ, प्रिंसिपल एक्टर कौन आ, परमात्मा पिता। एक्ट कर रहा हूं ना, वो निराकार आ, पर इस वेले ओदी एक्ट चल रही आ। मेरी आत्मा को सुप्रीम कहते हैं। आत्मा और परमात्मा का रूप एक ही है। वास्तव में आत्मा है ही बिंदी, ब्रिकुटी के बीच में आत्मा स्टार रहता है ना, बिल्कुल सूक्ष्म है, उनको देख नहीं सकते हैं। आत्मा ते परमात्मा दा जो रूप आ वो सेम आ, करतव्य अलग आ, ताकत अलग आ, पर जिदा आत्मा पॉइंट ऑफ लाइट आ, परमात्मा भी इदा ही पॉइंट ऑफ लाइट आ। ਤੇ ਕੋਈ ਵੀ ਆਤਮਾ ਆ, ਜਦੋਂ ਆਪਾਂ ਸਰੀਰ ਵਿੱਚ ਆਉਂਦੇ ਆ, ਆਤਮਾ ਦੇ ਰਹਿਣ ਦਾ ਸਥਾਨ ਆ ਭ੍ਰਿਕੁਟੀ। आत्मा ही सूक्ष्म है, आत्मा भी सूक्ष्म है, तो आत्मा का बाप भी सूक्ष्म है। सूक्ष्म किया कि फिजिकल अखा नाल दिखाई नहीं देते। बाप समझाते हैं तुम आत्मा बिंदी समान हो, मैं शिव भी बिंदी समान हूं, परंतु मैं सुप्रीम क्रिएटर डायरेक्टर हूं, ज्ञान सागर हूं। मेरे में सृष्टि के आदि मध्य अंत का ज्ञान है। रोल डिफरेंट आ ना, परमात्मा दा रोल की आ, वो सुप्रीम आ, क्रिएटर आ, डायरेक्टर आ, ज्ञान दा सागर आ। ਅਸੀਂ ਵੀ ਐਕਟ ਕਰਦੇ ਆ, ਪਰ ਸਾਡਾ ਐਕਟ ਕੀ ਆ ਕਿ ਅਸੀਂ ਚੱਕਰ ਵਿੱਚ ਆਉਂਦੇ ਆ। ਬਾਬਾ ਕਹਿੰਦੇ ਮੈਂ ਨੌਲੇਜਫੁਲ ਹੂੰ, ਬਲਿਸਫੁਲ ਹੂੰ, ਸਭ ਪਰ ਬਲੈਸਿੰਗ ਕਰਤਾ ਹੂੰ। ਪਰਮਾਤਮਾ ਦੇ ਵਿੱਚ ਜੇ ਕੋਈ ਵੀ ਗੁਣ ਆ, ਉਹ ਸਾਰਿਆਂ ਲਈ ਆ, ਹਰ ਆਤਮਾ ਲਈ ਆ, ਅਮੀਰ ਗਰੀਬ, ਮੇਲ ਫੀਮੇਲ, ਬੱਚੇ ਬੂੜੇ ਜਵਾਨ, ਕੋਈ ਕਿੱਦਾਂ ਦਾ ਵੀ ਆ, ਕੋਈ ਵੀ ਪ੍ਰੋਫੈਸ਼ਨ ਦਾ ਆ, ਤਾਂ ਹੀ ਉਹਨੂੰ ਪਰਮਾਤਮਾ ਕਹਿੰਦੇ ਕਿ ਉਹਦੇ ਜੋ ਵੀ ਖਜ਼ਾਨੇ ਆ वो हर आत्मा नु सेम दिंदा। सबको सदगति में ले जाता हूं, दुख हरता सुख करता एक ही बाप है। सतयुग में दुखी कोई होता ही नहीं, लक्ष्मी नारायण का ही राज्य है। लक्ष्मी नारायण कौन आ, कंबाइंड फॉर्म, जिन्हों कहते विष्णु, कि जिन्होंने विश ते जित पाई हुई आ, है ना। लक्ष्मी नारायण का राज्य कोई ये नहीं कि उत्थे दो ही जने आ, नहीं, आपां सारे ही आ। अर्थ यह कि सारियां ने विष्णु जित्या आ। बाप समझाते हैं मैं इस सृष्टि रूपी झाड़ का बीज रूप हूं। समझो आम का झाड़ है, वह तो है जड़ बीज, वह बोलेगा नहीं। अगर चैतन्य होता तो बोलता कि मुझ बीज से ऐसे टाल टालियां पत्ते आदि निकलते हैं। अब ये है चैतन्य। जिन्ने भी ट्री आ सारियां दा बीज हुंदा ना। बाबा कहते कोई बीज बोल के नहीं दसदा कि ट्री आ, ਇਹਦੇ ਇੰਨੀ ਟਾਲ ਟਾਲੀਆਂ ਹੋਣਗੇ, ਪੱਤੇ ਪੱਤੀਆਂ ਹੋਣਗੇ, ਪਰ ਜੋ ਪਰਮਾਤਮਾ ਆ, ਮਨੁੱਖਿਆ ਸ੍ਰਿਸ਼ਟੀ ਦਾ ਬੀਜ ਆ, ਉਹ ਚੈਤन्य ਆ, ਕੌਨਸ਼ੀਅਸ એનર્ਜੀ ਆ, ਉਹ ਸਾਨੂੰ ਬੋਲ ਕੇ ਦੱਸਦਾ ਸਾਰੇ ਝਾੜ ਦਾ, ਮਨੁੱਖਿਆ ਆਤਮਾਵਾਂ ਦਾ ਇਹ ਚੱਕਰ ਕਿੱਦਾਂ ਫਿਰਦਾ, ਤਣਾ ਕੌਣ ਆ, ਟਾਲ ਟਾਲੀਆਂ ਕੌਣ ਆ,
परमात्मा हर गल दी सानू डिटेल समझाते आ। मनुष्य सृष्टि झाड़ का बीज परमपिता परमात्मा है। बाप कहते हैं मैं ही आकर इसका नॉलेज समझाता हूँ। बच्चों को सदा सुखी बनाता हूँ, दुखी बनाती है माया। भक्ति मार्ग को पूरा होना है, ड्रामा को फिरना जरूर है। ये है बेहद वर्ल्ड की हिस्ट्री ज्योग्राफी। चक्कर फिरता रहता है, कलयुग बदल फिर सतयुग होना है। सृष्टि तो एक ही है। गॉड फादर इज वन। इनका कोई फादर नहीं, वही टीचर भी है, पढ़ा रहे हैं। भगवान वाच मैं तुमको राजयोग सिखलाता हूँ। मनुष्य तो माता पिता को जानते नहीं, तुम बच्चे जानते हो। निराकार शिव बाबा के हम निराकारी बच्चे हैं, फिर साकारी ब्रह्मा के भी बच्चे हैं। निराकार बच्चे सब भाई भाई हैं, और ब्रह्मा के बच्चे भाई बहन हैं। ये है पवित्र रहने की युक्ति। बहन भाई विकार में कैसे जाएंगे? विकार की ही आग लगती है ना, काम अग्नि कहा जाता है। उससे बचने की युक्ति बाप बतलाते हैं। एक तो प्राप्ति बहुत ऊंच है, अगर हम बाप की श्रीमत पर चलेंगे तो बेहद के बाप का वर्षा पाएंगे। याद से ही एवर हेल्थी बनते हैं। प्राचीन भारत का योग मशहूर है। बाप कहते हैं मुझे याद करते करते तुम पवित्र बन जाएंगे, पाप भस्म हो जाएंगे। इको एक विधि आ, आत्मा समझ परमात्मा ਨੂੰ याद करांगे ਤਾਂ आत्मा प्योर ਬਣਨੀ ਆ। ਚਾਹੇ ਆਪਾਂ ਉਦਾਂ ਹੀ ਆਪਾਂ ਕਹੀਏ ਮੁਰਲੀ ਪੜ੍ਹਦੇ ਆ, ਬਾਕੀ ਸਾਰਾ ਕੁਝ ਕਰਦੇ ਆ, ਬਾਬਾ ਨੂੰ ਯਾਦ ਨਹੀਂ ਕਰਦੇ ਤੇ ਸਾਡੀ ਚਾਰਜਿੰਗ ਨਹੀਂ ਹੋਗੀ। ਤੇ ਇਹ ਵੀ ਨਹੀਂ ਕਿ ਕੱਲਾ ਉਹਨੂੰ ਯਾਦ ਕਰੀ ਜਾਈਏ ਤੇ ਗਿਆਨ ਤੇ ਅਟੈਂਸ਼ਨ ਨਾ ਹੋਵੇ। दोनों चीजों का बैलेंस, ज्ञान भी तो योग भी। बाप की याद में शरीर छोड़ेंगे तो मेरे पास चले आएंगे। ये पुरानी दुनिया खत्म होनी है। ये वही महाभारत की लड़ाई है। जो बाप के बने हैं उनकी ही विजय होनी है। ये राजधानी स्थापन हो रही है। भगवान राजयोग सिखलाते हैं स्वर्ग का मालिक बनाने लिए, फिर माया रावण नरक का मालिक बनाती है। वह जैसे श्राप मिलता है। श्राप किया जदों रावण राज्य चले जाते, विकारां दी आत्मा अधीन हो जाती है। अच्छा, ओम शांति। हाँ जी रूपी के कंटिन्यू करो प्लीज। शांति। बाप कहते हैं लाडले बच्चे मेरी मत पर तुम स्वर्गवासी भव। हर मुरली विच बाबा आपां नूं समझाउंदे आ कि जदों कोई शरीर छड्डदा ਉਹਨੂੰ ਕੀ ਕਹਿ ਦਿੰਦੇ ਆ? स्वर्गवासी होया। कल बाबा ने दसिया कि कह दिंदे आ पार निर्वाण गया। हुण मैं समझदी आ जो आपां बाबा दे सारे बच्चे आ इस क्लास विच, किसे नूं भी ਇਹਦੇ ਵਿੱਚ कोई बेसमझी नहीं, सारिਆਂ ਨੂੰ समझ आ ना कि स्वर्गवासी ਭਾਵੇਂ ਆਪਾਂ ਕਹਿੰਦੇ ਆ स्वर्गवासी होया, पर स्वर्ग च कोई जा नहीं सकता क्योंकि स्वर्ग इस वेले है नहीं। ते परमात्मा आके ही स्वर्गवासी सानू बनाउंदे, स्वर्ग दे लायक बनाउंदे। जो आत्मा ते इन्ने विकारां दी महल चढ़ गई ਉਹ ਤਾਰਦੇ, ਉਹ ਤਾਰਨ ਤੋਂ ਬਗੈਰ ਆਤਮਾ ਘਰ ਜਾ ਨਹੀਂ ਸਕਦੀ ਤੇ ਸਤਿਯੁਗ ਵਿੱਚ ਆ ਨਹੀਂ ਸਕਦੀ। ਤੇ ਬਾਬਾ ਆ ਕੇ ਸਾਨੂੰ ਕਹਿੰਦੇ ਲਾਡਲੇ ਬੱਚੇ ਮੇਰੀ ਮਤ ਪਰ ਤੁਮ स्वर्गवासी भव। वरदान मिल गया देखो ਆਪਾਂ ਨੂੰ। नहीं बाकी ਤਾਂ जो ਆਪਾਂ पढ़ाई पढ़ते हाँ, पर पढ़ाई ਦੇ ਲਈ भी देखो परमात्मा ने सानू वरदान देता। फिर जब रावण राज्य शुरू होता है तो रावण कहता है हे ईश्वर के बच्चे नरकवासी भव। जदों आपां द्वापर विच आ जांदे फिर रावण की कहंदा ईश्वर के बच्चे वेलकम, वेलकम टू द हैल, है ना। ते सानू उसले पता नहीं हुंदा, असीं एकदम द्वापर विच आके सोल कॉन्शियस तो बॉडी कॉन्शियस हो जांदे, अपने समान तो उतरदे दे अभिमान विच आ जांदे। ते साडियां ही कर्म इंद्रियां मन बुद्धि संस्कार जो सतयुग त्रेता च साडे ऑर्डर विच चल रहे सी, सानू अपने ऑर्डर विच चलाउण लग जांदे। क्योंकि आत्मा राजा आ, मालिक आ हर कर्म इंद्री दी। मन बुद्धि संस्कार साडे वजीर मंत्री आ
ਕਰਮ ਇੰਦਰੀਆਂ ਵੀ ਕੀ ਆ? ਸਾਡੇ ਕਰਮਚਾਰੀ ਆ। ਜਦੋਂ ਆਤਮਾ ਰਾਜਾ ਸਤਯੁਗ ਤ੍ਰੇਤਾ ਚ ਮਾਲਕ ਬਣ ਕੇ ਇਹਨਾਂ ਨੂੰ ਚਲਾਉਂਦਾ ਤੇ ਅਸੀਂ ਇਹਨਾਂ ਤੇ ਰਾਜ ਕਰਦੇ। ਪਰ ਫਿਰ ਜਦੋਂ ਆਪਣੇ ਸਮਾਨ ਦੀ ਸੀਟ ਤੋਂ ਆਤਮਾ ਰਾਜਾ ਉੱਤਰ ਜਾਂਦਾ, ਜਦੋਂ ਕੋਈ ਸੀਟ ਤੋਂ ਉੱਤਰ ਜਾਂਦਾ, ਆਪਣੇ ਪਦ ਤੋਂ ਅਹੁਦੇ ਤੋਂ ਉੱਤਰ ਜਾਂਦਾ, ਫਿਰ ਕੋਈ ਕਰਮਚਾਰੀ ਉਹਦਾ ਆਰਡਰ ਨਹੀਂ ਮੰਨਦਾ। ਤੇ ਸਾਡੇ ਮਨ ਬੁੱਧੀ ਸੰਸਕਾਰਾਂ ਨੇ ਵੀ ਇਦਾਂ ਹੀ ਸਾਨੂੰ ਆਪਣੇ ਵਸ਼ ਵਿੱਚ ਕੀਤਾ ਤੇ ਸਾਨੂੰ ਸਵਰਗ ਤੋਂ ਨਰਕ ਵਿੱਚ ਲੈ ਆਂਦਾ। ਨਰਕ ਕੇ ਬਾਅਦ ਫਿਰ ਸਵਰਗ ਜ਼ਰੂਰ ਆਣਾ ਹੈ, ਕਿਉਂਕਿ ਆਤਮਾ ਤਾਂ ਇੰਨੀ ਪਾਵਰਫੁਲ ਆ, ਭਾਵੇਂ ਜਿੰਨਾ ਚਿਰ ਮਰਜ਼ੀ ਸਾਡੀਆਂ ਕਰਮ ਇੰਦਰੀਆਂ ਸਾਨੂੰ ਧੋਖਾ ਦੇਈ ਜਾਂਦੀਆਂ, ਪਰ ਇੱਕ ਦਿਨ ਜਿੱਦਣ ਆਤਮਾ ਇੰਨੀ ਪਾਵਰਫੁਲ ਆ, ਜਾਗਰਿਤ ਹੋ ਜਾਂਦੀ, ਫਿਰ ਉਹ ਆਪਣੀਆਂ ਕਰਮ ਇੰਦਰੀਆਂ ਨੂੰ ਵਸ਼ ਕਰ ਲੈਂਦੇ ਤੇ ਵਿਕਾਰਾਂ ਨੂੰ ਜਿੱਤ ਲੈਂਦੇ। ਤੇ ਬਾਬਾ ਕਹਿੰਦੇ ਫਿਰ ਸਵਰਗ ਤਾਂ ਜ਼ਰੂਰ ਆਉਣਾ ਹੀ ਆ। कितनी मारा मारी लगी पड़ी है, ये नरक है। सतयुग में लड़ाई झगड़ा होता नहीं। सतयुग त्रेता विच तां आत्मा च अंश मात्र भी विकार नहीं। हर आत्मा गुणा शक्तियां ना भरपूर आ, सुर कॉन्शियस आ। उत्थे ना लड़ाई झगड़ा हुंदा, ना कदी कोई शरीर दी तकलीफ आउंदी आ। इसे लई सतयुग त्रेता च ना तां कई वकीलां दी जरूरत पैंदी, ना डॉक्टर्स दी जरूरत पैंदी, क्योंकि अपने आप ही आत्मा च इन्नी पावर आ। उत्थे इदां दीयां चीजां आत्मा करदी नहीं जिस दे नाल उन्हां वकीलां दी लोड़ पवे, लड़ाई झगड़े करके, जां डॉक्टर्स दी लोड़ पवे, साडी हैल्थ बिगड़े। भारत ही स्वर्ग था और कोई राज्य था ही नहीं। अभी भारत नरक है, अनेक धर्म है। इक्को ही धर्म आ उदा तां सारियां आपां आत्मावां दा, जिहनूं उदा देवी देवता धर्म कहंदे आ। पर आपां की कहंदे आ, जदों आत्मा अपने सच्चे धर्म च आ, सत्तां गुणां च स्थित आ, हर आत्मा दा इक्को ही धर्म आ। सारी दुनिया दा धर्म इक्को ही आ, क्योंकि हर आत्मा दा धर्म एक आ। पर फिर हौली हौली बॉडी कॉन्शियस होने के कारण दे धर्म बाबा नूं डिसिपलिन दे लई बनाउणे पैंदे, क्योंकि सारे बॉडी कॉन्शियस हो जांदे। फिर दे धर्मां दे लई द्वापर तो बाबा नूं धर्म स्थापकां नूं भेजना पैंदा। वो स्पैशल सोल्स आ, महान सोल्स आ, जो आके धर्मां नूं अपने अपने सैक्शन दे विच उन्हां नूं बल दे के रखदियां, डिसिपलिन करके रखदियां। गाया जाता है नेक धर्म का विनाश, एक धर्म की स्थापना करने मुझे आना पड़ता है। मैं एक ही बार अवतार लेता हूं, बाप को आना है पतित दुनिया में। बाबा इक्को ही बार इस सृष्टि ते आउंदे आ, जदों सारे धर्मां दा विनाश कर एक धर्म। देखो धर्मां दा विनाश किद्दां हो सकदा? जे आपां किसे नूं कहीए तां कोई साडे नाल मूहरे लड़ पऊ ना कि धर्मां दा विनाश कोई किद्दां कर सकदा। धर्मां दा विनाश मतलब सानूं अवेयरनेस आ गई, मेरा आत्मा दा धर्म सत्त गुण आ, प्रेम सुख शांति आ। ते जदों हर आत्मा नूं अवेयरनेस आ जाऊगी, ਉਹਨੂੰ ਪਹਿਲਾਂ ਸਰੀਰ ਦੇ ਧਰਮ ਨਾਲੋਂ ਆਪਣਾ ਅਸਲੀ ਧਰਮ ਯਾਦ ਆ ਜਾਊ, ਤਾਂ ਇੱਕ ਧਰਮ 'ਚ ਸਥਿਤ ਹੋ ਜਾਊਗੇ ਸਾਰੇ। ਦੇ ਧਰਮ ਤਾਂ ਜਿੱਦਾਂ ਦੇਹ ਨੂੰ ਡਿਸਿਪਲਿਨ ਕਰਨ ਦੇ ਲਈ ਆ, ਦੇਹ ਬਦਲਦੀ ਧਰਮ ਬਦਲ ਜਾਂਦਾ ਦੇਹ ਦਾ, ਪਰ ਹਰ ਆਤਮਾ ਦਾ ਧਰਮ ਇੱਕ ਆ, ਤੇ ਆਪੇ ਹੀ ਇੱਕ ਧਰਮ 'ਚ ਸਾਰੇ ਸਥਿਤ ਹੋ ਜਾਓਗੇ। आते ही तब हैं जब पुरानी दुनिया खत्म होनी है, उसके लिए लड़ाई भी चाहिए। लड़ाई कादे नाल आ? रावण ना, पंजा विकारां ना। बाहर तो अपनी कोई लड़ाई नहीं, किसी नाल लड़ाई नहीं। बाप कहते हैं मीठे बच्चे तुम अशरीरी आए थे, 84 जन्मों का पाठ पूरा किया, अब वापस चलना है। देखो 5000 साल बाद पहला आपां अपने घर तो अशरीरी आए सी, आत्मा 17 थल्ले उतरिया सी, शरीर आके सानू मां दे गर्भ तो मिलिया। 5 तत्तां दी दुनिया दा यह कास्ट्यूम आ। आपां जदों घर परम धाम च आ, उत्थे ये कास्ट्यूम नहीं हैगा, क्योंकि वो 5 तत्तां दी दुनिया नहीं, वो निराकारी दुनिया आ। उत्थे आत्मा निराकार आ, अशरीरी आ। बाबा कहंदे 84 जन्मां दा तुसीं पार्ट प्ले किया, अब वापस चलना है। मैं तुम्हें पतित से पावन बनाकर वापस ले जाता हूं। हिसाब तो है ना, 5000 वर्ष में देवताएं 84 जन्म लेते हैं। सारा चक्कर बुद्धि विच घुमाओ। आपां 5000 साल पहला सृष्टि ते आए, 8 जन्म सतयुग विच लए, 12 जन्म त्रेता युग विच लए, 21 जन्म द्वापर युग विच लए, 42 बर्थ असीं लए कल युग विच। ते इह साडा अंत दा जन्म भी आ ते फस्ट बर्थ भी आ। ਇਹਦੇ ਵਿੱਚ ਸਰੀਰ ਉਹ ਹੀ ਆ,
पर नवां जन्म होया, सानू साडी अवेयरनैस आ गई। ਤੇ ਇਹਨੂੰ ਆਪਾਂ 84ਵਾਂ ਜਨਮ ਵੀ ਕਹਿੰਦੇ ਤਾਂ ਪਹਿਲਾ ਜਨਮ ਵੀ ਕਹਿੰਦੇ। ਤਾਂ ਕਰਕੇ ਜਦੋਂ ਆਪਾਂ ਕਹਿੰਦੇ 21 ਜਨਮ ਸਤਯੁਗ ਦੇ, ਤੇ ਇਹ ਆਪਣਾ ਜਨਮ ਵਿੱਚ ਉਸ ਤੇ ਕਾਊਂਟ ਹੁੰਦਾ, ਕਿਉਂਕਿ ਉਹਦਾ ਤਾਂ 8 ਜਨਮ ਸਤਯੁਗ, 12 ਜਨਮ ਤ੍ਰੇਤਾ ਯੁਗ, 20 ਜਨਮ ਬਣੇ। ਪਰ ਇੱਕ ਆਹ ਜਨਮ ਦਿव्य ਲੌਕਿਕ ਮਰਜੀਵਾ ਜਨਮ, ਦੇ ਅਭਿਮਾਨ ਤੋਂ ਮਰ ਗਏ, बॉडी कॉन्शियस तो मर गए, सोल कॉन्शियस बन गए। सब तो 84 जन्म नहीं लेंगे, अब आप कहते हैं मुझे याद करो और बरसा लो। 84 जन्म तो वही लऊगा ना जो अपनी बैटरी ਨੂੰ ਫੁੱਲੀ ਚਾਰਜ ਕਰੂਗਾ। ਫੁੱਲੀ ਚਾਰਜ ਕਦੋਂ ਹੋਗੀ बैटरी? ਜਦੋਂ ਪੂਰੀ ਤਰ੍ਹਾਂ ਨਾਲ ਪਰਮਾਤਮਾ ਦੀ ਯਾਦ ਵਿੱਚ ਰਹਿ ਕੇ ਆਪਣੇ ਵਿਕਰਮਾਂ ਨੂੰ ਵਿਨਾਸ਼ ਕਰਾਂਗੇ ਤੇ 16 ਕਲਾਂ ਸੰਪੂਰਨ ਬਣਾਂਗੇ। ਤੇ ਉਹ ਆਤਮਾਵਾਂ ਕਿੰਨੀਆਂ ਹੋਣਗੀਆਂ? 9 ਲੱਖ ਆਤਮਾਵਾਂ। ਤੇ ਆਪਾਂ ਕਦੀ ਵੀ ਇਹ ਨਹੀਂ ਕਹਿਣਾ ਸਾਡਾ ਨੰਬਰ ਉਹਦੇ ਵਿੱਚ ਨਹੀਂ। ਆਪਾਂ ਕਹਾਂਗੇ ਹਾਂ ਬਾਬਾ ਅਸੀਂ ਬਣੇ ਸੀ, ਅਸੀਂ ਬਣਨਾ। ਕਿਉਂਕਿ ਜੇ ਅਸੀਂ ਲਕਸ਼ ਰੱਖਾਂਗੇ ਤੇ ਅਸੀਂ ਬਣ ਵੀ ਜਾਵਾਂਗੇ। सृष्टि का चक्कर बुद्धि में फिरना चाहिए। हम एक्टर्स हैं ना, एक्टर होकर ड्रामा के क्रिएटर डायरेक्टर मुख्य एक्टर को ना जाने तो वह बेसमझ ठहरे। ਅਸੀਂ ਇਸ ਡਰਾਮਾ ਦੇ ਐਕਟਰ ਹਾਂ, ਜੇ ਅਸੀਂ ਐਕਟਰ ਹੋ ਕੇ ਇਸ ਡਰਾਮਾ ਦੀ ਸਕ੍ਰਿਪਟ ਨੂੰ ਹੀ ਨਾ ਜਾਣੀਏ, ਡਾਇਰੈਕਟਰ ਨੂੰ ਹੀ ਨਾ ਜਾਣੀਏ, ਕੌਣ ਮੇਨ ਐਕਟਰ ਆ ਉਹਨੂੰ ਹੀ ਨਾ ਜਾਣੀਏ, ਤਾਂ ਬਾਬਾ ਕਹਿੰਦੇ ਫਿਰ ਤੁਸੀਂ ਐਕਟਰ ਕਾਦੇ ਹੋਏ? ਆਪਾਂ ਨੂੰ ਪਤਾ ਹੈ ਨਾ ਡਰਾਮਾ ਦਾ ਡਾਇਰੈਕਟਰ ਕੌਣ ਆ? ਨਿਰਾਕਾਰ ਪਿਤਾ ਪਰਮਾਤਮਾ। ਤੇ ਸਾਰੇ ਡਰਾਮਾ ਦਾ ਸਾਨੂੰ ਰਾਜ ਵੀ ਪਤਾ ਆ, ਕਿੰਨੇ ਚਿਰ ਦਾ ਡਰਾਮਾ ਆ, ਕਿੱਦਾਂ ਕਿੱਦਾਂ ਸਾਰੀ ਸਟੋਰੀ ਬਣਦੀ ਆ, ਕੌਣ ਮੇਨ ਐਕਟਰਸ ਆ, ਕੌਣ ਮੇਨ ਐਕਟਰਸ ਆ? ਆਪਾਂ ਆਤਮਾਵਾਂ, ਫਸਟ ਨੰਬਰ ਦੀਆਂ ਆਤਮਾਵਾਂ ਲక్ష్ਮੀ ਨਾਰਾਇਣ। ਫਿਰ ਆਪਾਂ ਵੀ ਉਹਨਾਂ ਦੀ ਡਾਇਨੈਸਟੀ ਵਿੱਚ ਆ, ਕਿਉਂਕਿ ਆਪਾਂ ਪੂਰੇ 84 ਬਰਥ ਲੈਂਦੇ ਆ। ਸਤਯੁਗ ਤੋਂ ਸਾਡਾ ਪਾਠ ਸ਼ੁਰੂ ਹੁੰਦਾ। इसमें भारत कितना कंगाल बन गया है, फिर बाप आकर सालमेट बना देते हैं। बाप समझाते हैं तुम भारतवासी स्वर्ग में थे, फिर तुमको 84 जन्म तो जरूर लेने पड़े। अभी तुम्हारे 84 जन्म पूरे हुए, ये पिछाड़ी का जन्म है। 84 जन्म पूरे हुए, साडा अंत का जन्म आ है। भगवान निवाच, भगवान तो सबका एक है, कृष्ण को और सब धर्म वाले भगवान नहीं मानेंगे। श्री कृष्ण ਨੂੰ ਭਗਵਾਨ ਕਹਿ ਦਿੰਦੇ ਆ ਨਾ, ਉਹ ਨੈਕਸਟ ਟੂ ਗੋਡ ਆ, ਪਰ ਦੇਤਾਰੀ ਕਦੀ ਕੋਈ ਭਗਵਾਨ ਹੋ ਨਹੀਂ ਸਕਦਾ। निराकार को ही मानेंगे, वह सब आत्माओं का बाप है। कहते हैं मैं सब जन्मों, बहुत जन्मों के अंत में आकर इनमें प्रवेश करता हूँ। ਕਿਹਦੇ ਚ ਪ੍ਰਵੇਸ਼ ਕਰਦੇ ਆ? ਜੋ ਨੰਬਰ 1 ਆਤਮਾ ਸ੍ਰੀ ਕ੍ਰਿਸ਼ਨ ਦੀ ਸਤਯੁਗ ਚ, ਸਤਯੁਗ ਦਾ ਪਹਿਲਾ ਪ੍ਰਿੰਸ, ਜਦੋਂ 84 ਜਨਮਾਂ ਦਾ ਚੱਕਰ ਪੂਰਾ ਕਰਕੇ ਸਾਡੇ ਵਾਂਗੂ ਹੀ ਅੰਤ ਦੇ ਜਨਮ ਚ ਆ। ਉਹਨਾਂ ਦਾ ਲੌਕਿਕ ਨਾਮ ਦਾਦਾ ਲੇਖ ਰਾਜ ਆ। ਬਾਬਾ ਕਹਿੰਦੇ ਜਦੋਂ ਉਹਦੇ ਵਿੱਚ ਸਧਾਰਨ ਤਨ ਚ ਪ੍ਰਵੇਸ਼ ਕਰਦਾ, ਫਿਰ ਉਹਨੂੰ ਗਿਆਨ ਦੇ ਕੇ ਉਹਦਾ ਨਾਮ ਬ੍ਰਹਮਾ ਰੱਖਦੇ। रजाई स्थापन हो जाएगी, फिर विनाश शुरू होगा और मैं चला जाऊंगा। हाले बाबा साडा साथी आ, साडे नाल आ। बाबा कहंदे फिर मैं ज्ञान पूरा हो जाऊगा, फिर मैं चले जाऊंगा। ये है बड़ा भारी यज्ञ, और जो भी यज्ञ आदि हैं सब इसमें स्वाहा हो जाते हैं। दूजे यज्ञ केड़े? जेड़े मटीरियल यज्ञ रचदे ना, जप तप पूजा जो मटीरियल विच करदे आ। ਇਹ ਜੱਗ ਕਿਹੜਾ? ਗਿਆਨ ਦਾ ਯੱਗ ਆ। ਜਦੋਂ ਗਿਆਨ ਦਾ ਸੋਝਰਾ ਹੋ ਜਾਊਗਾ, ਜੋ ਗਿਆਨਤਾ ਚ ਯੱਗ ਰਚਦੇ ਆ, ਉਹ ਤਾਂ ਆਪਣੇ ਆਪ ਇਹਦੇ ਵਿੱਚ ਸਮਾ ਜਾਣੇ ਆ। ਸਾਰੀ ਦੁਨੀਆ का किचड़ा इनमें पड़ जाना है, फिर कोई यज्ञ रचा नहीं जाता। भक्ति मार्ग खलास हो जाता है। सतयुग त्रेता के बाद फिर भक्ति शुरू होती है। अब भक्ति पूरी होती है तो ये महिमा सारी शिव बाबा की है। इनके इतने नाम दिए हैं, जानते तो कुछ नहीं। ये तो शिव है, फिर रुद्र, सोमनाथ, बबरीनाथ भी कहते हैं। निराकार परमात्मा दे जो आके सानू इस वेले सुख दिंदा, जो भी करतव्य करदा ਉਹਦੇ ਕਰਤव्य ਵਾਚਕ ਨਾ ਆ। ਇਸ ਵੇਲੇ ਸਾਨੂੰ ਸੋਮ ਰਸ ਪਿਲਾਉਂਦਾ, ਗਿਆਨ ਪਿਲਾਉਂਦਾ, ਇਸ਼ਨਾਨ ਕਰਾਉਂਦਾ, ਤੇ ਉਸ ਨੂੰ ਦੁਆਪਰ ਵਿੱਚ ਫਿਰ ਆਪਾਂ ਹੀ ਉਹਦੇ ਲਈ ਸੋਮਨਾਥ ਦਾ ਮੰਦਿਰ ਬਣਾਉਂਦੇ, ਜੋ ਸਾਨੂੰ ਸੋਮ ਰਸ ਪਿਲਾ ਕੇ ਸੁਖੀ ਬਣਾਉਂਦਾ। ਆਤਮਾ ਅੰਦਰੋਂ ਰਿਕਾਰਡਿੰਗ ਰਹਿ ਜਾਂਦੀ ਆ, ਫਿਰ ਆਪਾਂ ਵੀ ਉਹਦੇ ਲਈ ਸੋਮਨਾਥ ਦਾ ਮੰਦਿਰ ਬਣਾਉਂਦੇ। ਫਿਰ ਉਹਨੂੰ ਕਹਿੰਦੇ ਆ ਬਬਰੀਨਾਥ ਵੀ ਨਾ,
ਕਿ ਕਾਂਟਿਆਂ ਤੋਂ ਸਾਨੂੰ ਫੁੱਲ ਬਣਾਉਂਦਾ ਆ। ਬਬੁਲਨਾਥ ਨੂੰ ਕਹਿੰਦੇ ਆ, ਜੋ ਵੀ ਉਹ ਕਰਕੇ ਜਾਂਦਾ, ਸੁੱਖ ਦੇ ਕੇ ਜਾਂਦਾ, ਫਿਰ ਉਹਦੇ ਤੇ ਨਾ ਪੈਂਦੇ। एक के अनेक नाम रख दिए हैं, जैसे जैसे सर्विस की है वैसा नाम पड़ जाता है। जिद्दां जिद्दां बाबा कहते मैं आके सर्विस करदा, बच्चों ਨੂੰ सुख दिंदा, उदां ही मेरे नाम पई जाते आ। तुमको सोमरस पिला रहे हैं, तुम माताएं स्वर्ग का द्वार खोलने के निमित्त बन जाती हो। वंदना पवित्र की ही होती है, अपवित्र पवित्र की वंदना करते हैं। देखो ਆਪਾਂ ਆਤਮਾਵਾਂ ਸਤਯੁਗ ਤ੍ਰੇਤਾ ਚ ਪਵਿੱਤਰ ਹੁੰਦੇ, ਫਿਰ ਜਦੋਂ ਆਪਾਂ ਹੀ ਇੰਪਿਓਰ ਹੋ ਜਾਂਦੇ ਦੁਆਪਰ ਚ, ਜੋ ਸਾਡਾ ਹੀ ਸਰੂਪ ਸੀ ਸਤਯੁਗ ਤ੍ਰੇਤਾ ਚ, ਅਸੀਂ ਉਹਨਾਂ ਦੀ ਪੂਜਾ ਕਰਨ ਲੱਗ ਜਾਂਦੇ, ਕਿਉਂਕਿ ਸਾਨੂੰ ਅੰਦਰ ਅਸੀਂ ਮਿਸ ਕਰਦੇ ਆਪਣੀ ਪਿਉਰਿਟੀ ਨੂੰ। ਤੇ ਜੋ ਅਪਵਿੱਤਰ ਜਾਂ ਪਵਿੱਤਰ ਜੋ ਆਤਮਾਵਾਂ ਉਹਨਾਂ ਨੂੰ ਵੰਦਨਾ ਕਰਦੇ, ਪੂਜਾ ਕਰਦੇ ਆ। कन्या को सब माथा टेकते हैं, ये ब्रह्मा कुमार कुमारियां इस भारत का उद्धार कर रहे हैं। पवित्र वन बाप से पवित्र दुनिया का वर्षा लेना है, गृहस्थ व्यवहार में रहते पवित्र बनना है, इसमें मेहनत है। काम महाशत्रु है, काम बगैर रह नहीं सकते तो मारने लगते हैं। रुद्र यज्ञ में अबलाओं पर अत्याचार होते हैं, मार खा खा कर आखिर उन्हों के पाप का घड़ा भरता है, तब फिर विनाश हो जाता है। बहुत बच्चियां हैं, कभी देखा नहीं है, लिखती हैं, बाबा हम आपको जानते हैं, आपसे वर्षा लेने लिए पवित्र जरूर बनूंगी। बाप समझाते हैं शास्त्र पढ़ना, तीर्थ आदि करना, ये सब भक्ति मार्ग की जिस्मानी यात्रा तो करते आए हो, अब तुमको वापस चलना है, इसलिए मेरे से योग लगाओ और संग तोड़ एक मुझ साथ जोड़ो तो तुमको साथ ले जाऊंगा। क्योंकि जिन्ना आत्मा बिलोंग कर दिया, जिदे तो ही आत्मा पावन बनूगी, और कोई उपाय नहीं। और किते भी बुद्धि ला लो, कुछ भी जिस्मानी प्राप्तियां भावां हो जाणगियां, पर वो किन्नी देर तक आ, घड़ी पल दियां। जो परमात्मा है, वो तो अविनाशी प्राप्ति हुंदी। ते बाबा ना आत्मावां प्रॉमिस कर दियां अपने अंदर ही अंदर कि सानू किन्ने भी स्तंभ सहन करने पैण, असीं तातों वरसा लैण लई पवित्र जरूर बनांगे, एक जन्म बाप ते बलिहार जावांगे। तो जरूर बाप की मत पर चलना पड़े। तुम समझाते हो निराकार परम आत्मा ने आकर इस शरीर साकार शरीर में प्रवेश किया है। हम आत्माएं अब निराकारी हैं तो वहां रहती हैं। ये सूर्य चांद बत्तियां हैं, इसे बेहद का दिन और रात कहा जाता है। सतयुग त्रेता दिन, द्वापर कलयुग रात। बाप आकर सदगति मार्ग बताते हैं, कितनी अच्छी समझानी मिलती है। सतयुग में होता है सुख, फिर थोड़ा थोड़ा कम होता जाता। सतयुग च जिन्ना पहले जन्म विच असी प्योर हुन्ने आ, फिर दूसरे जन्म विच उतों थोड़ा थोड़ा साडा कलामां घटदियां जांदियां। सतयुग में 16 कला, त्रेता में 14 कला, ये सब समझने की बातें हैं। वहां कभी काले मृत्यु नहीं होती, उत्थे कदी इदां नहीं हुंदा असीं शरीर छड्ड दईए समय तो पहला। उत्थे आत्मा आप अपनी मर्जी नाल शरीर छड्डदी, जदों फील करदी कि शरीर हुण बिरध हो गया, क्योंकि सोल कॉन्शियस है ना, आत्मा नूं पता मैं तां मरदी नहीं, शरीर तां एक वस्त्र आ। जदों बिरध हो जांदा अपनी मर्जी नाल उहनूं छड्ड के दूजा शरीर लैंदी, कदी भी अकाले मृत्यु नहीं हुंदी। रोने लड़ने झगड़ने की बात नहीं है, सारा पढ़ाई पर मदार है। पढ़ाई से ही मनुष्य से देवता बनना है। भगवान पढ़ाते हैं, भगवान भगवती बनाने के लिए। देखो परमात्मा जदों पढ़ाउंदे आ अपने समान बनाउंदे, भगवान भगवती बनाने के लिए। कोई फॉलोअर, कोई अपना शिष्य इदां दा नहीं बनाउंदे, समान बनाउंदे। वह तो पाई पैसे की पढ़ाई है, ये पढ़ाई है हीरे जैसी, सिर्फ इस अंतिम जन्म में पवित्र बनने की बात है। बाबा काते कहंदे भी वो पढ़ाई पाई पैसे दी आ। तुसी देखो कोई किन्नी भी बड़ी पद पोजीशन ते होवे, किन्नी भी उच्ची पढ़ाई पढ़ी होवे, जे किसी नूं आत्मा दा ज्ञान नहीं, अपने गुणा शक्तियां दा ज्ञान नहीं, किन्नी पढ़ाई पढ़ के भी अपने मन नूं संभालना नहीं आउंदा। किन्नियां उच्चियां उच्चियां डिग्रियां वाले, किन्ना कुछ करन वाले अपने क्रोध नूं नहीं जित सकदे, अपने मन नूं नहीं जित सकदे, विकारां ते जित नहीं पा सकदे, अपनियां कर्मिंदरियां ते जित नहीं पा सकदे। हाँ नॉलेज बुद्धि विच संसार दी बहुत पमा आ गई हो,
पर जिन्ना चिर अपने आप ਨੂੰ नहीं जानिया, अपनियां कर्म इंद्रियां ਨੂੰ वश नहीं कर सकते, ते अपने आप ਨੂੰ जान सकते केवल राजयोग ना अपने पिता परमात्मा ਨੂੰ ते अपने गुणा शक्तियां ਨੂੰ। ਤਾਂ ਕਰਕੇ ਇਹ ਪੜ੍ਹਾਈ ਸਭ ਤੋਂ ਉੱਚੀ ਆ। ਇਸ ਵੇਲੇ ਜਿਹਨੂੰ ਇਹ ਗਿਆਨ ਆ, ਭਾਵੇਂ ਉਹ ਸਕੂਲੇ ਨਹੀਂ ਵੀ ਗਿਆ, ਭਾਵੇਂ ਦੂਜਾ ਕੋਈ ਕਿੰਨਾ ਵੀ ਉੱਚਾ ਪਦ ਪੋਜੀਸ਼ਨ ਵਾਲਾ ਹੋਵੇ, ਕਿੰਨੀ ਵੀ ਪੜ੍ਹਾਈ ਪੜ੍ਹੀ ਹੋਵੇ, ਉਹ ਰਾਜਯੋਗ ਜਿਹਨੇ ਸਿੱਖਿਆ ਆ, ਉਹਦੀ ਪ੍ਰੈਕਟਿਸ ਕਰ ਰਿਹਾ ਆ, ਉਹਦੇ ਬਰਾਬਰ ਨਹੀਂ ਹੋ ਸਕਦਾ। ਭਾਵੇਂ ਉਹ ਇਸ ਵੇਲੇ ਇਸ ਜਨਮ ਵਿੱਚ ਉਹਨੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਹੋਵੇ, ਕਿਉਂਕਿ ਉਹਦੇ ਕੋਲ ਉਹ ਨੌਲੇਜ ਆ ਜੋ ਅਸਲ 'ਚ ਚਾਹੀਦੀ ਆਤਮਾ ਨੂੰ, ਜਿਹਦੇ ਨਾਲ ਮਨ ਸ਼ਕਤੀਸ਼ਾਲੀ ਬਣਦਾ। ਤੇ ਜੇ ਦੂਜੀ ਨੌਲੇਜ ਲੈ ਕੇ ਵੀ ਕਿੰਨਾ ਵੀ ਸੰਸਾਰ ਦੀਆਂ ਪ੍ਰਾਪਤੀਆਂ ਕਰ ਲਓਗੇ, ਮਨ ਵਸ ਵਿੱਚ ਨਹੀਂਗਾ, ਮਨ ਕਮਜ਼ੋਰ ਆ ਤੇ ਮਨ ਦੇ ਹਾਰੇ ਹਾਰਿਆ, ਮਨ ਦੇ ਜਿੱਤੇ ਜਿੱਤਿਆ। ਤਾਂ ਕਰਕੇ ਬਾਬਾ ਕਹਿੰਦੇ ਇਹ ਪੜ੍ਹਾਈ ਆ ਸਭ ਤੋਂ ਉੱਚ, क्योंकि पढ़ाने वाला ही इन्ना ऊंचा। बाप खुद विश्व का मालिक नहीं बनते, बच्चों को बनाते हैं। शिव बाबा कहते हैं जे ब्रह्मा महाराजा बनेंगे, मैं नहीं बनूंगा, मैं निर्वाण धाम में बैठ जाता हूँ, बच्चों को विश्व का मालिक बनाता हूँ। सच्ची सच्ची निष्काम सेवा निराकार परमपिता परमात्मा ही कर सकते हैं, मनुष्य नहीं कर सकते। आपां मनुष्यता की अज किसी का इन्ना करांगे, ਪਹਿਲੀ ਤਾਂ ਗੱਲ ਜਦੋਂ ਆਤਮਾਵਾਂ ਆਪ ਹੀ ਖਾਲੀ ਆ, ਕਿਸੇ ਦਾ ਕੁਝ ਕਰ ਨਹੀਂ ਸਕਦੀਆਂ। ਇੱਕ ਪਰਮਾਤਮਾ ਹੀ ਆ ਜੋ ਸਾਗਰ ਆ, ਜੋ ਐਵਰ ਫੁੱਲ ਆ, ਐਵਰ ਪਿਓਰ ਆ। ਇੱਕ ਉਹ ਹੀ ਆ ਕੇ ਨਿਸ਼ਕਾਮ ਸੇਵਾ ਕਰਦਾ, ਜਿਹਨੂੰ ਸਾਡੇ ਤੋਂ ਕੁਝ ਚਾਹੀਦਾ ਨਹੀਂ। ਉਹਨੇ ਸਤਯੁਗ ਵਿੱਚ ਨਹੀਂ ਜਾਣਾ। ਬਾਬਾ ਕਹਿੰਦੇ ਬੱਚਿਆਂ ਨੂੰ ਸਤਯੁਗ ਦਾ ਮੈਂ ਮਾਲਿਕ ਬਣਾਉਂਦਾ, ਪਰ ਸਤਯੁਗ ਦੀ ਸਥਾਪਨਾ ਫਿਰ ਵੀ ਕਰਦੇ ਗੁਪਤ ਵੇਸ਼ ਵਿੱਚ। ਉਹ ਵੀ देवताएं विश्व के मालिक थे, स्वर्ग में तुम ही थे, भारत विश्व का मालिक था, अभी कंगाल है, फिर से इन मताओं द्वारा भारत को विश्व का मालिक बनाता हूं। मेजोरिटी मताओं की है, इसलिए बंदे मातरम कहा जाता है। देखो संसार ने जिन्हां मतावां नूं नरक दा द्वार किया, बाबा कहंदे इन्हां मतावां द्वारा मैं स्वर्ग दे द्वार खोलदा, बंदे मातरम करदा। टाइम थोड़ा है, शरीर पर भरोसा नहीं है, मरना तो सबको है, सबकी वानप्रस्थ अवस्था है, सबको वापस जाना है, ये भगवान पढ़ाते हैं। टाइम तो आप हुण देखदे ही, संगम युग का टाइम तो बहुत छोटा आ, शरीर ते कोई भरोसा नहीं। जिन्नी आपां कमाई कर लई परमात्मा दे नाल, इस जन्म विच ही परमात्मा मिलिया आ, सच दा सानू पता लगा आ। जिन्नी असीं हुण कमाई कर लई ओही साडे नाल जाणी, जिन्नी अंदरली सफाई कर लई उन्ने ही सारे कल्प दे लई असीं साफ रहांगे। जे हुण कोई गंदगी संस्कार ऐसा रह गया, सारा कल्प वो गंदगी फिर साडे नाल चलो। जे हुण असीं परिवर्तन ना कीता, फिर इस तों होर कोई दूसरा चांस नहीं सानू मिलना। बाबा कहंदे शरीर दा की भरोसा, जाना तो एक दिन है ही आ, क्यों नहीं कमाई करके जाइए। नॉलेजफुल, पीसफुल, ब्लिसफुल उनको कहा जाता है, वही फिर ऐसा सर्वगुण संपन्न 16 कला संपूर्ण पवित्र बनाते हैं। एक परमात्मा ही आ जो नॉलेजफुल आ, पीसफुल आ, ब्लिसफुल आ, ਉਹ ਹੀ ਆ ਕੇ ਸਾਡੇ ਅੰਦਰਲੀ ਜੋ ਸੁੱਖ ਸ਼ਾਂਤੀ ਆਨੰਦ ਪਵਿੱਤਰਤਾ ਆ, ਜੋ ਵਿਕਾਰਾਂ ਦੇ ਥੱਲੇ ਦਬ ਗਈ ਆ, ਉਹਨੂੰ ਆ ਕੇ ਜਾਗਰਿਤ ਕਰਦੇ ਆ। ਕਿਉਂਕਿ ਪਰਮਾਤਮਾ ਨਾਲ ਕਨੈਕਟ ਹੋਣ ਦੇ ਨਾਲ ਸਾਨੂੰ ਉਹ ਕਰੰਟ ਮਿਲਦਾ, ਸਾਡੇ ਉੱਪਰਲੀਆਂ ਸਾਰੀਆਂ ਲੇਅਰਸ ਉਤਰਦੀਆਂ। ਜੋ ਰਾਵਣ ਨੇ ਇਹਨੂੰ ਪੂਰੀ ਤਰ੍ਹਾਂ ਨਾਲ ਸਾਨੂੰ ਇਦਾਂ ਵਿਕਾਰਾਂ ਨਾਲ ਕਵਰ ਕਰ ਦਿੱਤਾ ਕਿ ਸਾਡੇ ਅੰਦਰਲੇ ਖਜ਼ਾਨੇ ਸਾਨੂੰ ਟੇਸਟ ਹੀ ਨਹੀਂ ਹੁੰਦੇ। ਤੇ ਉਹਦੇ ਲਈ ਸਾਨੂੰ ਥੋੜਾ ਜਿਹਾ ਆਪਣੇ ਆਪ ਨਾਲ ਬੈਠ ਕੇ ਕਨੈਕਟ ਹੋ ਕੇ, ਪਰਮਾਤਮਾ ਨਾਲ ਕਨੈਕਟ ਹੋ ਕੇ, ਜਦੋਂ ਅਸੀਂ ਆਪਣੇ ਸੁੱਖ ਸ਼ਾਂਤੀ ਨੂੰ ਟੇਸਟ ਕਰ ਲੈਨੇ, ਸਾਨੂੰ ਸਮਝ ਆ ਜਾਂਦੀ ਆਤਮਾ ਕੋ ਸਾਰਾ ਕੁਝ ਹੈ ਜੋ ਚਾਹੀਦਾ। ਅਸੀਂ ਤਾਂ ਐਵੇਂ ਬੁੱਧੀ ਨੂੰ ਬਾਹਰ ਭਟਕਾਉਂਦੇ ਰਹੇ ਕਿ ਅਸੀਂ ਭਾਵੇਂ ਬਾਹਰ ਤੋਂ ਆਪਣਾ ਪਾਰਟ ਪਲੇ ਕਰਦੇ ਹਾਂ, ਪਰ ਅੰਦਰ ਆਪਣੇ ਸੱਚੇ ਖਜ਼ਾਨਿਆਂ ਨਾਲ ਕਨੈਕਟ ਹੋ ਕੇ ਕਰਦੇ। ਅਸੀਂ ਡਿਪੈਂਡੈਂਟ ਨੇ, ਕੋਈ ਵਕੇਸ਼ਨਸ ਆ, ਕੋਈ ਖਾਣ ਪੀਣ ਦਾ, ਕੋਈ ਸੰਸਾਰ ਦਾ ਆਕਰਸ਼ਣ ਆ, ਉਹਦੇ ਨਾਲ ਅਸੀਂ ਖੁਸ਼ ਨਹੀਂ ਗੇ। ਅਸੀਂ ਆਪਣੀ ਆਂਤਰਿਕ ਖੁਸ਼ੀ ਨਾਲ ਕਨੈਕਟ ਹੋ ਕੇ ਉਹ ਬਾਹਰ ਤੋਂ ਪਾਰਟ ਪਲੇ ਕਰਦੇ ਹਾਂ। डिपेंडेंसीज नहीं अपनियां कोई बाहर तो। अच्छा, मीठे मीठे सिकिलदे बच्चों प्रति माता पिता बाप दादा का नंबरवार पुरुषार्थ अनुसार याद प्यार और गुड मॉर्निंग। रूहानी बाप की रूहानी बच्चों को नमस्ते। हम रूहानी बच्चों की रूहानी माता पिता बाप दादा को याद प्यार, गुड मॉर्निंग और नमस्ते। नमस्ते बाबा, थैंक यू बाबा। धारणा के लिए मुख्य सार है नंबर 1,
ये पढ़ाई हीरे जैसा बनाती है, इसलिए इसे अच्छी तरह पढ़ना है और सब संग तोड़ एक बाप संग जोड़ना है। देखो हर जन्म अपने ते बॉडी कॉन्शियस ਦੀ ਧੂਲ ਪੈਂਦੀ ਆਈ। ਜੋ ਵੀ ਆਪਾਂ ਪਾਰਟ ਪਲੇ ਕਰਦੇ ਆਏ, ਵਿਕਾਰਾਂ ਨੂੰ ਯੂਜ਼ ਕੀਤਾ, ਬॉडी ਕੌਨਸ਼ੀਅਸ ਵਿੱਚ ਰਹੇ, ਕਿਸੇ ਨਾਲ ਕ੍ਰੋਧ ਕੀਤਾ, ਕਿਸੇ ਨੇ ਸਾਡੇ ਨਾਲ ਕ੍ਰੋਧ ਕੀਤਾ, ਉਹ ਲੇਅਰਸ ਚੜ੍ਹਦੀਆਂ ਆਈਆਂ। ਹੁਣ ਸਾਨੂੰ ਅਵੇਅਰਨੈਸ ਆ ਗਈ ਤੇ ਬਾਬਾ ਕੀ ਕਹਿੰਦੇ, ਪੜ੍ਹਾਈ ਤੁਹਾਨੂੰ ਹੀਰੇ ਜੈਸਾ ਬਣਾਉਂਦੀ। ਕਿੱਦਾਂ ਬਣਾਉਂਦੀ? ਕਿਉਂਕਿ ਸਾਨੂੰ ਸਮ੍ਰਿਤੀ ਆ। ਹੁਣ ਅਸੀਂ ਜੋ ਪੁਰਾਣੀਆਂ ਲੇਅਰਸ ਜਾਂ ਪੁਰਾਣੇ ਸੰਸਕਾਰ ਸਾਡੇ ਬਣ ਗਏ ਸੀ, ਉਹਨਾਂ ਨੂੰ ਵੀ ਹਟਾਉਂਦੇ ਜਾਂਦੇ, ਜਿੱਤਦੇ ਜਾਂਦੇ। ਸਟੈਪ ਬਾਏ ਸਟੈਪ ਅਸੀਂ ਉਹਨਾਂ ਤੇ ਆਪਣੀ ਜਿੱਤ ਪਾਉਂਦੇ ਜਾਂਦੇ, ਪੁਰਾਣੇ ਸੰਸਕਾਰਾਂ ਨੂੰ ਕਲੀਨ ਕਰਦੇ ਜਾਂਦੇ ਤੇ ਤਾਕਤ ਆਪਣੇ ਵਿੱਚ ਗਿਆਨ ਦੀ ਭਰ ਕੇ ਅਸੀਂ ਹਰ ਰੋਜ਼ ਆਪਣੀ ਜੋ ਕਹਿੰਦੇ ਆ ਕਿ ਆਪਣੀ ਤਰੱਕੀ ਕਰਦੇ ਜਾਂਦੇ, ਚੜ੍ਹਦੀ ਕਲਾ ਕਰਦੇ ਜਾਂਦੇ। ਹਰ ਰੋਜ਼ ਸਾਡੀ ਬੈਟਰੀ ਚਾਰਜ ਹੋ ਰਹੀ ਤਾਂ ਆਤਮਾ ਦੀ ਲੋਭ ਵੱਧਦੀ, ਚਮਕ ਵੱਧਦੀ ਜਾਂਦੀ। ਜਿੱਦਾਂ ਗਿਆਨਤਾ ਮਿਟਦੀ ਜਾਂਦੀ, ਸਮਝ ਆਉਂਦੀ ਜਾਂਦੀ, ਸਾਰੀਆਂ ਜੋ ਬਲੌਕੇजेस ਆ ਉਹ ਕਲੀਅਰ ਹੁੰਦੀਆਂ ਜਾਂਦੀਆਂ। ਆਤਮਾ એનર્ਜੀ, ਆਤਮਾ ਪਿਓਰ ਹੁੰਦੀ ਜਾਂਦੀ ਤੇ ਹੀਰੇ ਜੈਸਾ ਬਣਦੀ ਜਾਂਦੀ ਆ। ਜੇ ਆਪਾਂ ਥੋੜਾ ਥੋੜਾ ਵੀ ਰੋਜ਼ ਆਪਣੇ ਆਪ ਨੂੰ ਚੈੱਕ ਕਰੀਏ, ਸਾਡੀ ਤਰੱਕੀ ਹੋ ਰਹੀ ਆ। श्रीमत पर चलकर स्वर्ग का पूरा वर्षा लेना है, चलते फिरते सबदर्शन चक्कर फिराते रहना है। सबदर्शन चक्कर ਦਾ ਸਾਰਿਆਂ ਨੂੰ ਪਤਾ ਆ ਨਾ ਕਮਾਉਣ ਦਾ, ਕਿਉਂਕਿ ਆਪਾਂ ਇਸ ਕਰਕੇ ਸਬਦਰਸ਼ਨ ਚੱਕਰ ਤੇ ਫੋਕਸ ਹਮੇਸ਼ਾ ਕਰੀਦਾ। ਜਦੋਂ ਮੈਡੀਟੇਸ਼ਨ ਵੀ ਕਰਾਈ ਦੀ ਅੰਮ੍ਰਿਤ ਵੇਲਾ ਗਈ ਕਿ ਇੱਕ ਵਾਰ ਚੱਕਰ ਜ਼ਰੂਰ ਕਮਾਇਆ ਜਾਵੇ, ਕਿਉਂਕਿ ਸਾਰਾ ਗਿਆਨ ਹੀ ਇਹ ਆ। ਮੈਂ ਆਤਮਾ, ਮੇਰਾ ਪਿਤਾ ਪਰਮਾਤਮਾ, ਮੈਂ ਪਰਮ ਧਾਮ ਤੋਂ ਆ ਕੇ ਕਿੱਦਾਂ ਇਸ ਸ੍ਰਿਸ਼ਟੀ ਦੇ ਵਰਲਡ ਡਰਾਮਾ ਵਿੱਚ ਮੈਂ ਕਿੱਦਾਂ ਆਤਮਾ ਪਾਰਟ ਪਲੇ ਕਰਦੀ, ਕਿੱਦਾਂ 84 ਜਨਮ ਲੈਂਦੇ, ਕਿੱਦਾਂ ਕਿੱਦਾਂ ਦੇ ਵਰਣਾਂ ਦੇ ਅਸੀਂ ਥਰੂ ਗੁਜ਼ਰਦੇ ਹਾਂ। ਸਾਰੀ ਸਾਡੀ ਮਨ ਦੀ ਸਟੇਜ ਦੀ ਗੱਲ ਆ। ਕਿੱਦਾਂ ਕਿੱਦਾਂ ਸਾਡੀ ਮਨ ਦੀ ਸਟੇਜ ਪਹਿਲਾਂ ਸ਼ਕਤੀਸ਼ਾਲੀ ਹੁੰਦੀ, ਫਿਰ ਹੌਲੀ ਹੌਲੀ ਜਨਮ ਬਾਏ ਜਨਮ ਸਾਡੀ ਡਿਗਰੀ ਕਮ ਹੁੰਦੀ ਜਾਂਦੀ। ਇਹ ਆ ਸਬਦਰਸ਼ਨ ਚੱਕਰ, ਸਵੈਮ ਦਾ ਦਰਸ਼ਨ ਕਰਨਾ। वरदान, मेरे पन को छोड़ ट्रस्टी बन सेवा करने वाले सदा संतुष्ट आत्मा भव। लौकिक परिवार में रहते सेवा करते सदा याद रहे कि मैं ट्रस्टी हूं, सेवाधारी हूं। सेवा करते जरा भी मेरा पन ना हो, तब संतुष्ट रहेंगे। जब मेरा पन आता है तब तंग होते हो, सोचते हो मेरा बच्चा ऐसा करता है। तो जहां मेरापन है वहां तंग होते, और जहां तेरा तेरा आया वहां तैरने लगते। तेरा तेरा कहना माना सम्मान में रहना, मेरा मेरा कहना माना अभिमान में आना। ਬਾਬਾ ਦੀ ਸ੍ਰੀਮਤ ਆ, ਜਦੋਂ ਆਪਾਂ ਬਾਬਾ ਦੇ ਬਣ ਜਾਂਦੇ, ਬਾਬਾ ਕਹਿੰਦੇ ਭਗਤੀ ਵਿੱਚ ਤੁਸੀਂ ਪ੍ਰੋਮਿਸ ਕਰਦੇ ਸੀ ਕਿ ਆਪ ਪਾਓਗੇ, ਆਪ ਪਰ ਬਲਿਹਾਰ ਜਾਏਂਗੇ। ਬਾਬਾ ਕਹਿੰਦੇ ਪਰ ਬਲਿਹਾਰ ਕਿੱਦਾਂ ਜਾਣਾ ਉਹ ਵੀ ਸਮਝਾਉਂਦੇ ਕਿ ਆਪਣੇ ਘਰ ਗ੍ਰਸਤ ਵਿੱਚ ਰਹੋ, ਆਪਣੇ ਪਰਿਵਾਰ ਸੰਭਾਲੋ, ਜੋ ਵੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਆਪਣੀ ਜੌਬ ਕਰੋ, ਬਿਜ਼ਨਸ ਕਰੋ, ਪਰ ਟਰਸਟੀ ਬਣ ਜਾਓ ਕਿ ਮੈਂ ਆਤਮਾ ਆ, ਇਸ ਦੇਹ ਦੇ ਵਿੱਚ ਬਿਰਾਜਮਾਨ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਉਹਦੀ ਡਿਊਟੀ ਕਰ ਰਹੀ ਹਾਂ। ਭਾਵੇਂ ਆਪਣੇ ਬੱਚੇ ਸੰਭਾਲ ਰਹੇ ਹਾਂ, ਪਰ ਅਸੀਂ ਉਹਨਾਂ ਨੂੰ ਆਤਮਾ ਦੇਖੀਏ। ਜੇ ਅਸੀਂ ਕਹਿੰਦੇ ਆ ਮੇਰਾ ਬੱਚਾ, ਤੇ ਸਾਨੂੰ ਅਭਿਮਾਨ ਆ ਕਿ ਮੈਂਪਨ ਆ ਗਿਆ ਨਾ, ਤੇ ਜਦੋਂ ਅਭਿਮਾਨ ਦੇ ਵਿੱਚ ਕੁਝ ਵੀ ਅਸੀਂ ਕਰਦੇ ਆ, ਉੱਥੇ ਟੈਨਸ਼ਨ ਹੋਊਗੀ, ਕਿਉਂਕਿ ਉੱਥੇ ਇੱਛਾ ਆ ਸਾਡੀ ਅਗਲੇ ਤੋਂ। ਜਦੋਂ ਅਸੀਂ ਪਰਮਾਤਮਾ ਦਾ ਸਮਝ ਕੇ ਕਰਦੇ ਆ, ਟਰਸਟੀ ਬਣ ਕੇ, ਉੱਥੇ ਮੈਂਪਨ ਮੇਰਾ ਪਨ ਖਤਮ ਹੋ ਜਾਂਦਾ ਤੇ ਉੱਥੇ ਬੋਝ ਵੀ ਨਹੀਂ ਰਹਿੰਦਾ। ਉੱਥੇ ਅਸੀਂ ਆਪਣੇ ਸਨਮਾਨ ਵਿੱਚ ਮੈਂ ਆਤਮਾ ਸਥਿਤ ਹੋ ਕੇ ਦੂਸਰੀਆਂ ਆਤਮਾਵਾਂ ਦੀ ਸੰਭਾਲ ਕਰਦੇ, ਡਿਊਟੀ ਕਰਦੇ, ਕੁਝ ਵੀ ਕਰਦੇ, ਨਿਆਰੇ ਹੋ ਕੇ ਕਰਦੇ, ਨਿਸ਼ਕਾਮ ਹੋ ਕੇ ਕਰਦੇ, ਕੁਝ ਵੀ ਇੱਛਾ ਨਹੀਂ ਰੱਖਦੇ। ਤੇ ਬੋਝ ਕਿਹਨੂੰ ਆ? ਪਰਮਾਤਮਾ ਨੂੰ, ਜਿਹਦੇ ਬੱਚੇ ਆ, ਜਿਹਦਾ ਘਰ ਆ। ਤੇ ਇਸ ਤਰ੍ਹਾਂ ਜਿੰਨਾ ਅਸੀਂ ਟਰਸਟੀ ਬਣ ਕੇ ਰਹਿੰਦੇ, ਟਰਸਟੀ ਕੀ ਹੁੰਦਾ? ਹਲਕਾ। ਤੇ ਗ੍ਰਸਤੀ ਕਿਹਨੂੰ ਕਹਿੰਦੇ ਆ? ਬੋਝ ਵਾਲਾ। ਤੇ ਗ੍ਰਸਤੀ ਤੋਂ ਬਾਬਾ ਸਾਨੂੰ ਆ ਕੇ ਟਰਸਟੀ ਬਣਾਉਂਦੇ। स्लोगन, बुद्धि में हर समय बाप और श्रीमत की स्मृति हो, तब कहेंगे दिल से समर्पित आत्मा। देखो ਸਰੈਂਡਰ ਹੋਣਾ, ਸਮਰਪਿਤ ਹੋਣ ਦਾ ਮਤਲਬ ਕੋਈ ਇਹ ਨਹੀਂ ਕਿ ਅਸੀਂ ਚਿੱਟੇ ਕੱਪੜੇ ਪਾ ਕੇ ਜਾ ਕੇ ਆਸ਼ਰਮ ਤੇ ਬੈਠ ਜਾਈਏ। ਹਰ ਮੁਰਲੀ ਵਿੱਚ ਬਾਬਾ ਇਹ ਕਹਿੰਦੇ ਗ੍ਰਸਤ ਵਿਵਹਾਰ ਵਿੱਚ ਰਹਿੰਦੇ। ਸਮਰਪਿਤ ਹੋਣਾ ਮਤਲਬ ਕੀ ਆ? ਮਨ ਬੁੱਧੀ ਤੋਂ ਸਮਰਪਿਤ ਹੋਣਾ, ਕਿ ਜੋ ਪੁਰਾਣਾ ਸੋਚਣ ਦਾ ਸਾਡਾ ਢੰਗ ਸੀ, ਮੈਂਪਨ ਮੇਰੇਪਨ ਦਾ ਜੋ ਸਾਡੀ ਸੋਚ ਸੀ,
ਉਹਦੇ ਤੋਂ ਮੁਕਤ ਹੋਣਾ, ਉਹਨੂੰ ਬਾਬਾ ਨੂੰ ਬੁੱਧੀ ਨੂੰ ਸਰੈਂਡਰ ਕਰ ਦੇਣਾ, ਮੈਂ ਪਨ ਮੇਰੇ ਪਨ ਦੀ ਨੂੰ, ਆਪਣੇ ਆਪ ਨੂੰ ਆਤਮਾ ਸਮਝ ਕੇ ਪਰਮਾਤਮਾ ਨੂੰ ਯਾਦ ਕਰਨਾ ਤੇ ਸ੍ਰੀਮਤ ਅਨੁਸਾਰ ਜੀਵਨ ਜੀਣਾ। ਕਿਉਂਕਿ ਸਰੈਂਡਰ ਦਾ ਮਤਲਬ ਹੈ ਸਿਰ ਅੰਡਰ ਸ੍ਰੀਮਤ ਦੇ ਹੋ ਜਾਣਾ, ਉਹਦੇ ਅਨੁਸਾਰ ਉਹਦੀਆਂ ਮਰਿਆਦਾਵਾਂ ਧਾਰਨਾ ਅਨੁਸਾਰ ਜੀਵਨ ਜੀਣਾ ਤੇ ਪਰਮਾਤਮਾ ਦੀ ਯਾਦ ਵਿੱਚ ਰਹਿਣਾ, ਟਰਸਟੀ ਬਣ ਕੇ ਰਹਿਣਾ ਤੇ ਆਪਣੇ ਆਪ ਨੂੰ ਆਤਮਾ ਸਮਝਣਾ। ਇਹ ਆ ਅਸਲੀ ਮਤਲਬ ਸਰੈਂਡਰ। ਅੱਛਾ, ਓਮ ਸ਼ਾਂਤੀ। ਆਪਣੀ ਮੁਰਲੀ ਪੂਰੀ ਹੋਈ ਆ। ਕੁਛ ਦੇਰ ਸਾਇਲੈਂਸ ਵਿੱਚ ਪੂਰੀ ਮੁਰਲੀ ਨੂੰ ਅੰਦਰ ਸਮਾ ਲੈਂਦੇ, ਧਾਰਨ ਕਰ ਲੈਂਦੇ। ਮਸਤਕ ਦੇ ਮੱਧੇ ਵਿੱਚ ਆਪਣੇ ਆਪ ਨੂੰ ਚਮਕਦਾ ਸਿਤਾਰਾ ਦੇਖਦੇ। ਮੈਂ ਇੱਕ ਪਿਓਰ એનર્ਜੀ ਹਾਂ, ਚਮਕਦੀ ਹੋਈ ਜੋਤੀ ਹਾਂ। ਇਸ ਦੇਹ ਦੀ ਮਾਲਕ, ਦੇਹ ਨੂੰ ਚਲਾਉਣ ਵਾਲੀ ਸ਼ਕਤੀ ਹਾਂ। ਮੈਂ ਪਦਮਾ ਪਦਮ ਭਾਗਯਸ਼ਾਲੀ ਆਤਮਾ ਹਾਂ, ਕਿਉਂਕਿ ਸਾਨੂੰ ਸਮਝ ਆ ਗਈ ਅਸੀਂ ਆਤਮਾ ਇਸ ਸ੍ਰਿਸ਼ਟੀ ਤੇ ਦੇਵਤਾ ਦਾ ਪਾਰਟ ਪਲੇ ਕਰਦੀਆਂ ਤੇ ਅਸੀਂ ਆਤਮਾਵਾਂ ਹੀ ਹੁਣ 84 ਦਾ ਚੱਕਰ ਲਾ ਕੇ ਅੰਤ ਦੇ ਜਨਮ ਤੇ ਫਿਰ ਤੋਂ ਈਸ਼ਵਰ ਦੀ ਸੰਤਾਨ ਬਣਦੀਆਂ। ਇਸ ਸਮੇਂ ਸੰਗਮ ਯੁੱਗ ਵਿੱਚ ਸਾਨੂੰ ਈਸ਼ਵਰ ਪਿਤਾ ਪਰਮਾਤਮਾ ਆ ਕੇ ਡਾਇਰੈਕਟ ਮਿਲਦੇ ਤੇ ਸਾਨੂੰ ਕਹਿੰਦੇ ਕਿ ਮੈਂ ਤੁਹਾਨੂੰ ਬੱਚਿਆਂ ਨੂੰ ਸਵਰਗ ਦੇ ਲਾਇਕ ਬਣਾਉਣਾ ਆ। ਤੇ ਇਹੀ ਸਾਡੇ ਤੇ ਉਸ ਦੀ ਬਲੈਸਿੰਗ ਆ। ਉਹ ਬਲਿਸਫੁਲ ਪਿਤਾ ਆ ਕੇ ਦੁੱਖ ਹਰਤਾ ਸੁਖ ਕਰਤਾ ਸਾਨੂੰ ਇਸ ਦੇਵਮਾਨ ਦੀ ਦਲਦਲ ਤੋਂ, ਵਿਕਾਰਾਂ ਦੀ ਦਲਦਲ ਤੋਂ ਮੁਕਤ ਕਰ ਦਿੰਦੇ ਤੇ ਇਹ ਸ੍ਰਿਸ਼ਟੀ ਜੋ ਦੇਵਮਾਨ ਕਾਰਨ, ਵਿਕਾਰਾਂ ਕਾਰਨ ਨਰਕ ਬਣ ਗਈ, ਇਸ ਨੂੰ ਸਵਰਗ ਬਣਾ ਦਿੰਦੇ। ਤੇ ਪਹਿਲਾਂ ਸਵਰਗ ਸਾਡੇ ਅੰਦਰ ਸਥਾਪਨ ਹੁੰਦਾ ਜਦੋਂ ਅਸੀਂ ਆਪਣੀ ਵਿਕਾਰੀ ਬੁੱਧੀ ਨੂੰ ਪਰਮਾਤਮਾ ਨੂੰ ਸਮਰਪਣ ਕਰਦੇ ਤੇ ਉਸ ਦੀ ਮੱਤ ਅਨੁਸਾਰ ਆਪਣੇ ਜੀਵਨ ਨੂੰ ਬਣਾਉਂਦੇ, ਆਪਣੇ ਸੰਸਕਾਰਾਂ ਨੂੰ ਪਰਿਵਰਤਨ ਕਰਦੇ ਤੇ ਇਸ ਮੈਂਪਨ, ਮੇਰੇਪਨ ਦੀ ਦਲਦਲ ਤੋਂ ਮੁਕਤ ਹੋ ਕੇ ਟਰਸਟੀ ਬਣ ਕੇ ਰਹਿੰਦੇ ਤੇ ਸਾਰੇ ਫਿਕਰ, ਸਾਰੇ ਬੋਝ ਉਸ ਨੂੰ ਦੇ ਕੇ ਬੇਫਿਕਰ ਬਾਦਸ਼ਾਹ ਬਣ ਜਾਂਦੇ। ਕਿਉਂਕਿ ਹੁਣ ਸਾਡੇ ਸਿਰ ਤੇ ਮਾਂ-ਬਾਪ ਦਾ ਸਾਇਆ ਆ। ਸਾਨੂੰ ਬੱਚਿਆਂ ਨੂੰ ਕਿਸ ਬਾਤ ਦੀ ਪਰਵਾਹ, ਅਸੀਂ ਕੇਵਲ ਉਸ ਦੀਆਂ ਸਿੱਖਿਆਵਾਂ ਤੇ ਚੱਲਦੇ। ਅੱਛਾ, ਓਮ ਸ਼ਾਂਤੀ। ਥੈਂਕ ਯੂ ਬਾਬਾ, ਥੈਂਕ ਯੂ।